1948 ਨੂੰ ਉਹਨਾਂ ਦਾ ਜਨਮ ਹੋਇਆ ਪਿੰਡ ਕੂਲਰੀਆਂ ਬੋਲਗੇ। 68 ਦੇ ਵਿੱਚ ਮੈਟ੍ਰਿਕ ਕਰਕੇ ਅਸਲ ਦੇ ਵਿੱਚ ਉਹ ਸੰਗਰੂਰ ਕਾਲਜ ਦੇ ਵਿੱਚ ਉਹਨਾਂ ਨੇ ਦਾਖਲ ਲੈ ਲਿੱਤਾ। ਉੱਥੇ ਕੁਝ ਟਾਈਮ ਹੀ ਟਿਕੇ, ਆਪਦੀ ਬਦਲੀ ਕਰਾ ਕੇ ਮਾਨਸਾ ਕਾਲਜ ਦੇ ਵਿੱਚ ਆ ਗਏ। ਉਹਦੀ ਨਾਲ ਦੀ ਨਾਲ ਇਹਨਾਂ ਨੂੰ ਇਹੋ ਜਿਹੇ ਸਾਥੀ ਮਿਲੇ ਜਿਨ੍ਹਾਂ ਨੇ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਸਿਆਣਾ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਉਹੀ ਗੱਲ ਪਕੜ ਲਈ। ਕਿਉਂਕਿ ਰਣਜੀਤ ਸਿੰਘ ਪੀਟੀ ਜਾਂ ਹੋਰ ਕਿੰਨੇ ਸਾਥੀ ਅਸਲ ਦੇ ਵਿੱਚ ਪਹਿਲਾ ਜਾਗੋ ਪੀਟੀ ਸਾਹਿਬ ਨੇ ਲਾਇਆ ਇਹਨਾਂ ਨੂੰ। ਲਗਾਤਾਰ ਹੀ ਫਿਰ ਇਹ ਮੂਵਮੈਂਟ ਦੇ ਵਿੱਚ ਸਰਗਰਮ ਹੋਏ। 1972 ਦੀ ਜਿਹੜੀ ਕਾਲਜ ਦੀ ਜਿਹੜੀ ਯੂਨਿਟ ਵੱਲੋਂ ਜਾਂ ਕਾਲਜ ਵੱਲੋਂ ਜਾਂ ਸਟੂਡੈਂਟਾਂ ਵੱਲੋਂ ਪਹਿਲੀ ਮੂਵਮੈਂਟ ਲੜੀ ਮੋਗਾ ਰੀਗਲ ਸਿਨੇਮੇ ਦੀ, ਉਹਦੇ 'ਚ ਸਰਗਰਮ ਰਹੇ। ਉਸ ਤੋਂ ਬਾਅਦ ਕੁਝ ਸਮਾਂ ਪੰਜਾਬ ਸਟੂਡੈਂਟ ਯੂਨੀਅਨ ਦੇ ਪਲੇਟਫਾਰਮ ਤੇ ਕੰਮ ਕੀਤਾ, ਪਰ ਵਿਚਾਰ ਉਹੀ ਕਿ ਮਾਰਕਸਵਾਦ ਲੈਨਨਵਾਦ ਮਾਓ ਵਿਚਾਰਧਾਰਾ ਨਕਸਲਵਾੜੀ ਲਹਿਰ ਦੇ ਜਿਹੜੇ ਆਮ ਪਿੰਡਾਂ ਦੇ ਵਿੱਚ ਕਹਿੰਦੇ ਕਿ ਨਕਸਲਵਾੜੀਏ ਨੇ, ਅਸਲ ਦੇ ਵਿੱਚ ਉਹ COC ਨਾ ਜਿਹਦਾ ਚਾਰੂ ਮਜੂਮਦਾਰ ਸੈਕਟਰੀ ਦੀ, ਉਹਦੇ 'ਚ ਭਰਤੀ ਹੋ ਗਏ। ਲਗਾਤਾਰ ਕੰਮ ਕਰਦੇ ਰਹੇ। ਕਰਦੇ ਕਰਦੇ ਇੱਕ ਟਾਈਮ ਇਹ ਆ ਗਿਆ ਕਿ ਮੂਵਮੈਂਟ ਦੇ ਵਿੱਚ ਥੋੜ੍ਹਾ ਘਣਾ ਖੜੋਤ ਆਇਆ ਤਾਂ ਸੋਚਣਾ ਸ਼ੁਰੂ ਕੀਤਾ ਤਾਂ ਸਾਰੇ ਦਾ ਸਾਰਾ ਗਰੁੱਪ ਰਾਮ ਪਿਆਰਾ ਸਰਾਫ ਜੀ ਨਾਲ ਸਾਡੇ ਜੁੜ ਗਏ ਸਾਥੀ, ਜਿਹਦੇ ਵਿੱਚ ਮੂਹਰਲੀਆਂ ਸਫਾਂ ਦੇ ਵਿੱਚ ਮੱਘਰ ਸਿੰਘ ਔਰ ਰਾਜਸਥਾਨ ਦਾ ਗਰੁੱਪ, ਜੰਮੂ ਕਸ਼ਮੀਰ ਦਾ ਗਰੁੱਪ ਤੇ ਕੋਈ ਦਿੱਲੀ ਤੋਂ ਸਾਡੇ ਸਾਥੀ, ਕੋਈ ਯੂਪੀ ਤੋਂ, ਪੰਜਾਬ ਵਾਲੇ ਸਾਥੀ ਵੀ ਕਾਫੀ, ਜਾਣੀ ਅਸੀਂ ਸਾਰੇ ਵਿਚਾਰਾਂ ਨੂੰ ਗ੍ਰਹਿਣ ਕਰਦੇ ਕਰਦੇ ਇਹ ਤੋਂ ਪਹਿਲਾਂ ਇੱਕ ਗੱਲ ਰਹਿ ਗਈ ਹੈ, ਉਹ ਤਾਂ ਬੋਲ ਗਏ ਕਿ ਐਮਰਜੈਂਸੀ ਦੇ ਦੌਰਾਨ ਜਿੱਦਾਂ ਐਮਰਜੈਂਸੀ ਲੱਗੀ ਉਸੇ ਦਿਨ ਹੀ ਮੱਘਰ ਸਿੰਘ ਨੂੰ ਫੜਿਆ ਗਿਆ ਬਰੇਟਿਆਂ ਤੋਂ, ਤੇ ਪੂਰੇ ਦੇ ਪੂਰੇ ਜਿੰਨੇ ਮਹੀਨੇ ਐਮਰਜੈਂਸੀ ਰਹੀ ਸਾਰੀ ਐਮਰਜੈਂਸੀ ਜੇਲ੍ਹ 'ਚ ਰਹੇ, ਔਰ 10 ਦਿਨ ਬਾਅਦ 'ਚ ਉਹਨਾਂ ਨੂੰ ਰਿਹਾ ਕੀਤਾ ਗਿਆ। ਉਸ ਦੇ ਦੌਰਾਨ ਵੀ ਕਿਉਂਕਿ ਜਿੱਥੇ ਆਪਣੀ ਸਿਆਣਪ ਨਾਲ ਗੱਲ ਕਰਦੇ ਤੁਰੇ ਆਉਂਦੇ ਤੇ ਉੱਥੇ ਕੁਛ ਨਾ ਕੁਛ ਉੱਦਾਂ ਵੀ ਜੁਰਤਾਂ ਰੱਖਦੇ ਤੇ ਉਸ ਪੀਰੀਅਡ ਦੇ ਦੌਰਾਨ ਪ੍ਰੇਮ ਸਿੰਘ ਕੜੇ ਵਾਲਾ ਥਾਣੇਦਾਰ ਕੋਲ ਉਹਦੇ ਨਾਲ ਜੱਫਾ ਲਾਇਆ ਇਹਨਾਂ ਨੇ। ਉਦੋਂ ਬਾਅਦ 'ਚ ਇਹਨਾਂ ਦੇ ਪੈਰਾਂ ਦੇ ਵਿੱਚ ਬੇੜੀਆਂ, ਹੱਥਾਂ ਦੇ ਵਿੱਚ ਹੱਥ ਕੜੀਆਂ। ਜਦੋਂ ਫਿਰੋਜ਼ਪੁਰ ਤੋਂ ਪੇਸ਼ੀ ਤੇ ਲੈ ਕੇ ਆਉਂਦੇ ਤਾਂ ਉਹ ਬੇੜੀਆਂ ਸਣਕਦੀਆਂ ਤੀਆਂ। ਮੇਰਾ ਕਹਿਣ ਤੋਂ ਭਾਵ ਸਾਰੀ ਜ਼ਿੰਦਗੀ ਇਸ ਪਾਸੇ ਵੱਲ ਨੂੰ ਲਾ ਕੇ ਆਪਦੇ ਸਾਥੀ ਵੀ ਕੁਝ ਗਮਾਏ। 2-3 ਦਾ ਮੈਂ ਨਾਂ ਜਾਣਦਾ, ਕਾਫੀ ਸਾਥੀ ਤੇ ਗੁਰਵੰਤ ਸਿੰਘ ਰਾਪੁਰ, ਲਛਮਣ ਸਿੰਘ ਰਾਪੁਰ, ਹੋਰ ਵੀ ਕਾਫੀ ਸਾਥੀ ਤੇ ਜਿਹੜੇ ਇਹਦੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ। ਕਹਿਣ ਤੋਂ ਭਾਵ ਸਰਬਸੰਮਤੀ ਗੁਰਦੇਵ ਸਿੰਘ ਨੇ ਕਹਿਤਾ
ਸਾਰੀ ਜ਼ਿੰਦਗੀ ਇੱਧਰ ਨੂੰ ਤੁਰ ਪਏ। ਇੱਕ ਦਿਨ ਉਹ ਆ ਗਿਆ ਕਿ ਅਸੀਂ ਸ਼ਹੀਦ ਕਿਸਾਨੋ ਤੁਹਾਡੀ ਸੋਚ ਤੇ, ਸ਼ਹੀਦ ਕਿਸਾਨੋ ਤੁਹਾਡੀ ਸੋਚ ਤੇ, ਕਿਸਾਨੋ ਤੁਹਾਡੇ ਕਾਰਜ ਅਧੂਰੇ, ਸ਼ਹੀਦ ਕਿਸਾਨੋ ਤੁਹਾਡੇ ਕਾਰਜ ਅਧੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕੀਤੇ ਜਾ ਰਹੇ ਨੇ। ਵੱਖ-ਵੱਖ ਬੁਲਾਰੇ ਬੋਲ ਕੇ ਗਏ ਨੇ, 2 ਮਿੰਟ ਮਿਲੇ ਨੇ। ਇਹਦੇ ਉੱਤੇ ਕੁਦਰਤ ਮਾਨ ਲਹਿਰ ਵੱਲੋਂ ਜੋ ਲੜਾਈ ਲੰਬੇ ਸਮੇਂ ਤੋਂ ਲੜੀ ਜਾ ਰਹੀ ਆ, ਉਸ ਲੜਾਈ ਨੂੰ ਅਸੀਂ ਸਲੂਟ ਕਰਦੇ ਹਾਂ। ਉਹਨਾਂ ਯੋਧਿਆਂ ਨੂੰ ਸਲੂਟ ਕਰਦੇ ਹਾਂ ਕਿ ਜੋ ਵੱਡੇ ਪੱਧਰ ਦੇ ਉੱਤੇ ਭਾਰਤ ਦੇ ਵਿੱਚ ਔਰ ਪੂਰੇ ਵਰਲਡ ਦੇ ਵਿੱਚ ਜਿਹੜਾ ਸਾਡਾ ਪੈਸਟੀਸਾਈਡ ਆ, ਜਿਹਨੇ ਸਾਨੂੰ ਨਿਗਲਣਾ ਸ਼ੁਰੂ ਕਰ ਦਿੱਤਾ, ਸਾਡੀ ਮਨੁੱਖਤਾ ਨੂੰ ਗੰਦੇ ਪਾਣੀ ਹੋ ਰਹੇ ਨੇ, ਵਾਤਾਵਰਨ ਖਰਾਬ ਹੋ ਰਿਹਾ। ਔਰ ਸਰਕਾਰਾਂ ਨੇ ਜਿਹੜੀਆਂ ਇਹਨਾਂ ਨੇ ਜ਼ਮੀਨਾਂ ਨੂੰ ਸਾਡੀਆਂ ਨੂੰ ਪੈਸਟੀਸਾਈਡ ਦੇ ਉੱਤੇ ਲਾਇਆ ਹੋਇਆ, ਉਸ ਦੀ ਜਿਹੜੀ ਲੜਾਈ ਲੜ ਰਹੇ ਨੇ ਸਾਡੇ ਯੋਧੇ, ਉਹਨਾਂ ਨੂੰ ਸਲੂਟ ਕਰਦੇ ਆ। ਅੱਜ ਮੈਂ ਤੋਂ ਕਹਿ ਦੇਣਾ ਚਾਹੁੰਦਾ, ਲੜਾਈ ਦੇ ਵਿੱਚ ਸਾਡਾ ਸਾਰਿਆਂ ਦਾ ਵੱਡਾ ਯੋਗਦਾਨ ਆ। ਮਾਈ ਭਾਗੋ ਦੀਆਂ ਬਾਹਰ ਸਾਡੀਆਂ ਮਾਵਾਂ ਬੈਠੀਆਂ ਨੇ, ਇਹਨਾਂ ਦਾ ਲੰਬੇ ਸਮੇਂ ਤੋਂ ਸਾਡੇ ਵਿੱਚ ਯੋਗਦਾਨ ਆ। ਸੋ ਅੱਜ ਮੈਂ ਕਹਿਣਾ ਚਾਹੁੰਦਾ, ਇਹ ਜਿਹੜੇ ਸ਼ਹੀਦਾਂ ਦਾ ਰੁਤਬਾ ਮਿਲਦਾ ਇਹਨਾਂ ਨੂੰ, ਇਹ ਭਰਾਵੋ ਹਰੇਕ ਬੰਦਾ ਇਹਨਾਂ ਕੰਮਾਂ ਦੇ ਵਿੱਚ ਬਹੁਤ ਵੱਡੇ ਯੋਗਦਾਨ ਪਾ ਕੇ ਇਹ ਰੁਤਬਾ ਮਿਲਦਾ ਹੁੰਦਾ ਹੈ। ਜਿਹੜਾ ਸ਼ਹੀਦ ਲੋਕ ਕਹਿਣ ਜਾਂ ਲੋਕਾਂ ਦੇ ਘੋਲ ਦੀ ਖਾਤਰ ਕੋਈ ਸ਼ਹੀਦੀਆਂ ਪਾਉਂਦਾ ਹੈ, ਉਹ ਆਪਣੇ ਮੱਘਰ ਸਿੰਘ ਕੁੰਨਰੀਆਂ ਵਾਲਿਆਂ ਨੂੰ ਤੇ ਜਾਂ ਜਿਹੜੇ ਆਪਣੇ ਚੱਕ ਅਲੀ ਸ਼ੇਰ ਵਾਂਗੂ, ਇਹ ਜਿਹੜੇ ਆਪਣੇ ਸ਼ਹੀਦ ਹੁੰਦੇ ਨੇ ਕਿਸਾਨ, ਉਹ ਭਰਾਵੋ ਬਹੁਤ ਵੱਡੀਆਂ ਵੱਡੀਆਂ ਕੁਰਬਾਨੀਆਂ ਕਰਕੇ ਫਿਰ ਸ਼ਹੀਦੀਆਂ ਦੇ ਰੁਤਬੇ ਮਿਲਦੇ ਆ ਉਹਨਾਂ ਨੂੰ। ਇਹ ਅਸੀਂ ਵਾਰ-ਵਾਰ ਇਹੀ ਗੱਲਾਂ ਕਹਿੰਦੇ ਹੁੰਦੇ ਆ ਵੀ ਜਿਹੜਾ ਬੰਦਾ ਲੋਕਾਂ ਦੀ ਖਾਤਰ ਤੇ ਕਿਸਾਨ ਮਜ਼ਦੂਰਾਂ ਦੀ ਖਾਤਰ ਜਾਂ ਕਿਸੇ ਵੀ ਪਾਰਟੀ ਦੇ ਵਿੱਚ ਕੋਈ ਕੰਮ ਕਰਦਾ ਹੈ, ਉਹ ਮੂਹਰੇ ਹੋ ਕੇ ਮੋਹਰੀ ਬਣ ਕੇ ਪੂਰੇ ਆਪਦੇ ਤਨ ਮਨ ਦੇ ਨਾਲ ਇਹ ਪ੍ਰਚਾਰ ਕਰਦਾ, ਤੇ ਪ੍ਰਚਾਰ ਕਰਦਿਆਂ ਦੇ ਕੋਈ ਵੀ ਗੱਲਬਾਤ ਉਲਟ ਸੁਲਟ ਪੈ ਜੇ। ਤੇ ਪਹਿਲਾਂ ਆਪਾਂ ਪ੍ਰਿਥੀਪਾਲ ਸਿੰਘ ਚੱਕ ਅਲੀ ਸ਼ੇਰ, ਉਹਨਾਂ ਦੀ ਪਰਸੋਂ ਬਰਸੀ ਦੇ ਤੌਰ ਤੇ ਉਹਨੂੰ ਯਾਦ ਕੀਤਾ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਆ। ਤੇ ਕੱਲ ਜਿਹੜੇ ਆਪਣੇ ਯੂਪੀ ਦੇ ਸ਼ਹੀਦ ਲਖਵੀਰਪੁਰਾ, ਉਹਨਾਂ ਦੇ ਆਪਾਂ 5 ਜਿਹੜੇ ਆਪਣੇ ਕਿਸਾਨ, ਇੱਕ ਪੱਤਰਕਾਰ ਸਮੇਤ ਸ਼ਹੀਦ ਹੋਏ ਆ, ਉਹਨਾਂ ਦੇ ਵੀ ਆਪਾਂ ਸ਼ਰਧਾ ਦੇ ਫੁੱਲ ਭੇਟ ਕੀਤੇ ਆ ਤੇ ਆਪਾਂ ਉਹਨਾਂ ਨੂੰ ਯਾਦ ਕੀਤਾ ਹੈ। ਤੇ ਅੱਜ ਆਪਾਂ ਸਰਦਾਰ ਮੱਘਰ ਸਿੰਘ ਕੁੰਨਰੀਆਂ, ਇਹਨਾਂ ਤੋਂ ਕੋਈ ਇਹ ਜਿਹੜੀ ਸ਼ਖਸੀਅਤ ਆ, ਕੋਈ ਲਿਖੀ ਛਿਪੀ ਨਹੀਂ ਹੈ। ਅਸੀਂ ਲੰਮੇ ਸਮੇਂ ਤੋਂ ਲੈ ਕੇ ਇਹਨਾਂ ਤੋਂ ਜਾਣੂ ਆ। ਜਦੋਂ ਵੀ ਕੋਈ ਕੰਮ ਹੁੰਦਾ, ਅਸੀਂ ਮੁੱਢ ਤੋਂ ਲੈ ਕੇ ਇਹ ਨਹੀਂ ਸੋਚਿਆ ਵੀ ਅਸੀਂ ਪਹਿਲਾਂ ਲੱਖੋਵਾਲ ਨਾਲ ਸੰਬੰਧ ਸੀਗੇ ਤੇ ਵੀ ਇਹ ਕੁੰਨਰੀਆਂ ਨੇ ਅਸੀਂ ਵਰਕਰ ਦੇ ਤੌਰ ਤੇ ਜਦੋਂ ਵੀ ਕੋਈ ਮਸਲਾ ਹੁੰਦਾ, ਇਹਨਾਂ ਦੀ ਕਾਨਫਰੰਸ ਜਾਂ ਕੋਈ ਰੈਲੀ ਹੋਣੀ, ਅਸੀਂ ਵੱਧ ਚੜ੍ਹ ਕੇ ਜਾਣਾ ਤੇ ਇਹਨਾਂ ਦੇ ਵਿਚਾਰ ਸਾਨੂੰ ਬੜੇ ਚੰਗੇ ਲੱਗਣੇ, ਬੜੀਆਂ ਚੰਗੀਆਂ ਸੋਹਣੀਆਂ ਗੱਲਾਂ ਕਰਨੀਆਂ। ਇਹ ਕਿਸਾਨ ਬਖੰਸ ਫਰੰਟ ਦੇ ਪ੍ਰਧਾਨ ਰਹੇ ਨੇ ਤੇ ਜਦੋਂ ਵੀ ਇਹਨਾਂ ਸਾਡੇ ਪਿੰਡ ਠੀਕਰੀਵਾਲ ਆਉਣਾ ਤੇ ਸਾਨੂੰ ਐਂ ਹੋਣਾ ਚਾਅ ਇੱਕ ਤਰ੍ਹਾਂ ਵੀ ਮੱਘਰ ਸਿੰਘ ਕੁੰਨਰ ਨੂੰ ਮਿਲਣਾ, ਵੀ ਕੁਛ ਉਹ ਤੋਂ ਸਿੱਖਣ ਦੀ ਲੋੜ ਹੈ। ਇਸ ਕਰਕੇ ਇਹਨਾਂ ਨੂੰ ਜਿੰਨਾ ਵੀ ਇਹਨਾਂ ਦੀ ਸਿਫਤ ਕੀਤੀ ਜਾਵੇ ਉਨੀ ਥੋੜ੍ਹੀ ਹੈ। ਮੱਘਰ ਸਿੰਘ ਕੁੰਨਰੀਆਂ ਇਹ ਕਿਸੇ ਤੋਂ ਦੱਸਣ ਦੀ ਲੋੜ ਨਹੀਂ ਹੈ ਵੀ ਕੀ ਸ਼ਖਸੀਅਤ ਸਨ ਇਹ। ਇਸ ਕਰਕੇ ਸਾਡੇ ਵੀ ਕਿਹੜਾ ਪਿੰਡ ਵਿੱਚ ਮੋਟਰਾਂ ਵੱਡੀਆਂ ਪਈਆਂ, ਜਦੋਂ ਸਮਰਸੀਬਲਾਂ ਦੇ ਕਨੈਕਸ਼ਨ ਲਏ ਨੇ ਆਪਾਂ, ਉਦੋਂ ਬਿਜਲੀ ਬੋਰਡ ਵੱਲੋਂ ਛਾਪੇ ਮਾਰੇ ਗਏ ਤੇ ਕਈਆਂ ਨੂੰ ਜੁਰਮਾਨੇ ਕੀਤੇ ਗਏ ਤੇ ਤਕਰੀਬਨ 40-50 ਬੰਦਿਆਂ ਦੀਆਂ ਮੋਟਰਾਂ ਜਿਹਦਾ ਲੋਡ ਚੈੱਕ ਕਰਿਆ ਕਰਨ ਤੇ ਲੋਡ ਵੱਧ ਆਵੇ। ਇਸ ਕਰਕੇ ਕਿਸਾਨ ਬੜੇ ਡਰੇ ਹੋਏ, ਸਹਿਮੇ ਹੋਏ, ਮੇਰੇ ਨਾਲ ਸੰਪਰਕ ਕੀਤਾ ਵੀ ਹੁਣ ਕੀ ਕਰੀਏ, ਸਾਨੂੰ ਜੁਰਮਾਨੇ ਪਾਤੇ। ਮੈਂ ਕੋਈ ਗੱਲ ਨਹੀਂ, ਆਪਣੇ ਨੇੜੇ ਆ ਮੱਘਰ ਸਿੰਘ ਕੁੰਨਰੀਆਂ,
ਆਪਾਂ ਇਹਨਾਂ ਨੂੰ ਮਿਲਦੇ ਹਾਂ। ਅਸੀਂ ਮੱਘਰ ਸਿੰਘ ਕੂਲੇ ਨਾਲ ਸੰਪਰਕ ਕੀਤਾ। ਉਹ ਕਹਿੰਦਾ ਆਓ ਤੁਸੀਂ ਬਰਨਾਲੇ ਸਿੱਧੇ SDO ਦਫ਼ਤਰ 'ਚ ਹੀ ਆ ਜਾਓ, ਮੈਂ ਮੂਹਰੇ ਪਹੁੰਚੂਗਾ, ਮੂਹਰੇ ਖੜਾ ਹੂੰ। ਅਤੇ ਇੱਥੇ ਮੱਘਰ ਸਿੰਘ ਕੂਲਰੀਆਂ ਜਦੋਂ ਨੂੰ ਅਸੀਂ ਆਏ, ਨਹੀਂ ਆਮ ਤੌਰ 'ਤੇ ਆਪਾਂ ਨੂੰ ਪਤਾ ਲੀਡਰ ਬਾਅਦ ਆਉਂਦੇ ਆ, ਪਰ ਇਹ ਟਾਈਮ ਦੇ ਪੱਕੇ ਤੇ ਪਾਬੰਦ ਸਾਡੇ ਆਉਣ ਤੋਂ ਪਹਿਲਾਂ ਦਫ਼ਤਰ ਖੜ੍ਹੇ ਅਤੇ ਸਾਨੂੰ ਕਹਿੰਦਾ ਦੱਸੋ ਕੀ ਗੱਲ ਹੈ। ਜਿਹੜੇ ਸਾਡੇ ਪਿੰਡ ਦੇ 40-50 ਕਿਸਾਨ, ਉਹਨਾਂ ਨੇ ਆਪੋ ਆਪਣੇ ਦੱਸੇ, ਹਕੀਕਤ ਦੱਸੀ ਵੀ ਮੇਰੀ 12.5 ਦੀ ਮੋਟਰ ਹੈ। ਹੁਣ ਤਾਂ ਆਪਾਂ ਤਕਰੀਬਨ 20 ਦੀਆਂ ਜਾਂ ਪਾਈਆਂ ਮੈਨੇ, ਵੱਧ ਵੀ ਪਾਈਆਂ ਨੇ, ਅਤੇ 15-20 ਤੋਂ ਘੱਟ ਕੋਈ ਹੈ ਨਹੀਂ। ਇਸ ਤਰ੍ਹਾਂ ਜਿਹਦੀ 12.5 ਦੀ ਸੀ ਉਹਨੂੰ 15 ਜਾਂ 17 ਕਹਿ ਕੇ ਜੁਰਮਾਨਾ ਪਾਤਾ। ਆ ਸਾਡਾ ਲੋਡ ਤੁਸੀਂ ਚੈੱਕ ਕੀਤਾ। ਇਸ ਕਰਕੇ ਜੁਰਮਾਨੇ ਦੀ ਜਿਹੜੀ ਹਾਲਤ ਸੀਗੀ, ਅਤੇ ਫਿਰ ਅਸੀਂ SDO ਸਾਹਿਬ ਕੋਲ ਗਏ। ਮੱਘਰ ਸਿੰਘ ਕੂਲਰੀਆਂ ਨੇ ਦਲੀਲ ਨਾਲ ਗੱਲ ਕੀਤੀ ਉਹਨਾਂ ਨਾਲ, ਅਤੇ ਕਿਹਾ ਵੀ ਜੁਰਮਾਨਾ ਕਿਹੜੇ ਵਿਸ਼ੇ 'ਤੇ ਪਾਇਆ, ਦੱਸੋ। ਆਹ ਕਿਸਾਨ ਦੀ ਮੋਟਰ ਦਾ ਜਿਹੜਾ ਲੋਡ ਹੈ, ਇਹਦੀ ਕਾਪੀ ਹੈ ਉਹ 12.5 ਦੀ ਹੈ, ਇਹਦੀ 15 ਦੀ ਹੈ, ਤੁਸੀਂ ਲੋਡ ਕਿੰਨਾ ਪਾਇਆ। ਅਤੇ ਉਹਨੇ ਆਪਦਾ ਦੇਖ ਕੇ, ਲੋਡ ਦੇਖ ਕੇ, ਅਤੇ ਕਿਹਾ ਵੀ ਇੰਨਾ ਲੋਡ ਬਣਨਾ ਚਾਹੀਦਾ ਮੋਟਰ ਨੂੰ, ਅਤੇ ਇਹਦਾ ਵੱਧ ਲੋਡ ਲੈਂਦੀ ਆ। ਉਹ ਕਹਿੰਦਾ ਤੁਸੀਂ ਵੋਲਟੇਜ ਚੈੱਕ ਕਰੋ, ਜੇ ਵੋਲਟੇਜ ਪੂਰੀ ਹੋਊਗੀ ਅਤੇ ਫਿਰ ਲੋਡ ਚੈੱਕ ਹੋਊਗਾ, ਅਤੇ ਵੋਲਟੇਜ ਤਾਂ ਤੁਹਾਨੂੰ 250 ਦਿੰਦੇ ਹੋ, ਅਤੇ ਫਿਰ ਲੋਡ ਤਾਂ ਮੋਟਰ ਨੇ ਲੈਣਾ ਹੀ ਹੈ। ਅਤੇ ਉਹਨਾਂ ਨੇ ਦਲੀਲ ਨਾਲ ਗੱਲ ਕੀਤੀ, ਅਤੇ ਉਹਨਾਂ ਨੇ ਕੈਲਕੂਲੇਟਰ ਨਾਲ ਜਦੋਂ ਲੋਡ ਕੱਢ ਕੇ ਅਤੇ ਵੋਲਟੇਜ ਨਾਲ ਚੈੱਕ ਕੀਤਾ, ਅਤੇ ਫਿਰ SDO ਖੁਦ ਆਪਦੇ ਸਟਾਫ ਦੇ ਸਮੇਤ ਮੰਨਿਆ। ਕਹਿੰਦਾ ਵੀ ਇਹ 12.5 ਵਾਲੀ ਮੋਟਰ 15 'ਚ ਤਾਂ ਬਣਦੀ ਨਹੀਂ ਹੈ, 13 ਤੋਂ ਲੋਡ ਵੱਧ ਆਉਂਦਾ ਹੈ। ਉਹ ਫਿਰ ਕਹਿੰਦਾ ਵੀ ਜੇ 15 ਦੀ ਨਹੀਂ ਬਣਦੀ ਜੁਰਮਾਨਾ ਕਿਉਂ ਪਾਏ ਗਏ। ਫਿਰ ਦੂਜੀ ਮੋਟਰ ਚੈੱਕ ਕੀਤੀ 17.5 ਵਾਲੀ, ਉਹ ਵੀ ਕਹਿੰਦਾ ਇਹ 20 'ਚ ਤਾਂ ਆਉਂਦੀ ਨਹੀਂ ਹੈ, ਇਹਦਾ ਵੀ ਅੱਧਾ ਪੁਆਇੰਟ ਲੋਡ ਵੱਧ ਆਉਂਦਾ ਹੈ। ਉਹ ਸੋ ਇਹਨਾਂ ਨੇ ਇਸ ਦਲੀਲ ਦੇ ਨਾਲ ਜਿੰਨਿਆਂ ਨੇ ਵੀ ਜੁਰਮਾਨੇ ਕੀਤੇ ਸੀਗੇ, ਸਾਰਿਆਂ ਦੇ ਜੁਰਮਾਨੇ ਰੱਦ ਕੀਤੇ। ਉਸ ਤਰ੍ਹਾਂ ਦੀਆਂ ਅਨੇਕਾਂ ਮਿਸਾਲਾਂ ਨੇ ਜਿਨ੍ਹਾਂ ਨੇ ਮੱਘਰ ਸਿੰਘ ਕੂਲਰੀਆਂ ਕਿਸੇ ਵੀ ਦਫ਼ਤਰ ਦੇ ਨੂੰ ਲੈ ਕੇ ਗਏ ਆ, ਚਾਹੇ ਬਿਜਲੀ ਬੋਰਡ ਦਾ ਹੋਵੇ, ਚਾਹੇ ਉਹ ਆਪਣਾ ਪਟਵਾਰੀ ਮਹਿਕਮਾ ਹੋਵੇ, ਕਾਨੂੰਗੋ ਤਹਿਸੀਲਦਾਰ ਦਾ ਕੰਮ ਹੋਵੇ। ਸਾਨੂੰ ਕਈ ਵਾਰੀ ਨਾਲ ਜਾਣ ਦਾ ਮੌਕਾ ਮਿਲਿਆ, ਅਤੇ ਉਦੋਂ ਅਸੀਂ ਵਰਕਰ ਤੌਰ 'ਤੇ ਕੰਮ ਕਰਦੇ ਸੀਗੇ। ਅਤੇ ਇਸ ਤਰ੍ਹਾਂ ਮੱਘਰ ਸਿੰਘ ਕੂਲਰੀਏ ਦੀ ਜਿੰਨੀ ਸਿਫਤ ਕੀਤੀ ਜਾਵੇ ਉਨੀ ਥੋੜ੍ਹੀ ਹੈ। ਕਿੰਨਾ ਚਿਰ ਉਹਨੇ ਲੜਾਈ ਆਹ ਟਰਾਈਡੈਂਟ ਬਾਰੇ ਵੀ ਲੜੀ, ਬਹੁਤ ਵਾਰੀ ਅਸੀਂ ਇਕੱਠੇ ਹੋਏ, ਨਾਲ ਗਏ ਹਾਂ, ਪਿੰਡ 'ਚੋਂ ਟਰਾਲੀਆਂ ਲੈ ਕੇ ਆਏ ਹਾਂ। ਉੱਥੇ ਵੀ ਟਰਾਈਡੈਂਟ ਦੇ ਖਿਲਾਫ ਮੋਰਚਾ ਲਾਇਆ ਕਾਫੀ ਸਮਾਂ। ਉੱਥੇ ਵੀ ਕਿਹਾ ਵੀ ਜਿਹੜਾ ਇਹ 'ਚ ਪਾਣੀ ਪਾਉਣਾ ਹੈ, ਇਹ ਗੰਦਗੀ ਸੁੱਟ ਰਹੇ ਹੋ ਤੁਸੀਂ, ਲਵੇ ਲਾਉਣੇ ਦੇ ਪਿੰਡਾਂ ਨੂੰ ਜਿਉਣਾ ਦੁੱਭਰ ਕੀਤਾ ਹੋਇਆ। ਇੱਥੇ ਉੱਥੇ ਕੋਲ ਦੀ ਲੰਘਿਆ ਨਹੀਂ ਜਾਂਦਾ, ਵੀ ਕੋਈ ਟਰੀਟਮੈਂਟ ਪਲਾਂਟ ਕੋਈ ਐਸਾ ਲਾਇਆ ਜਾਵੇ ਜਿਹਦੇ ਨਾਲ ਪਿੰਡ ਲਵੇ ਦੇ ਗਵਾਂਢੀ ਪਿੰਡਾਂ ਨੂੰ ਕੋਈ ਤਕਲੀਫ ਨਾ ਆਵੇ। ਵੀ ਇਹ ਬਰਸਾਤੀ ਨਾਲਾ ਹੈ, ਇਹ ਬਰਸਾਤ ਦਾ ਪਾਣੀ ਲੰਘਣਾ ਚਾਹੀਦਾ, ਨਾ ਕਿ ਤੁਹਾਡਾ ਗੰਦਾ ਪਾਣੀ ਲੰਘਣਾ ਚਾਹੀਦਾ। ਇਸ ਤਰ੍ਹਾਂ ਇਹ ਮੱਘਰ ਸਿੰਘ ਕੂਲਰੀਆਂ ਨੇ ਇਹ ਟਰਾਈਡੈਂਟ ਦੇ ਖਿਲਾਫ ਵੀ ਬਹੁਤ ਵੱਡਾ ਮੋਰਚਾ ਲਾਈ ਰੱਖਿਆ। ਅਤੇ ਇਸ ਕਰਕੇ ਜਦੋਂ ਵੀ ਲੋੜ ਪੈਂਦੀ ਆਪਣੇ ਕਿਸਾਨਾਂ ਨੂੰ, ਉਹਨੇ ਵੱਧ ਚੜ੍ਹ ਕੇ ਕੁਰਬਾਨੀਆਂ ਕੀਤੀਆਂ, ਅਤੇ ਵੱਧ ਤੋਂ ਚੜ੍ਹ ਕੇ ਆਪਦਾ ਵੱਧ ਤੋਂ ਵੱਧ ਟਾਈਮ ਕੀਤਾ। ਇਹ ਨਹੀਂ ਕਿਹਾ ਵੀ ਮੇਰੇ ਕੋਲ ਟਾਈਮ ਨਹੀਂ ਹੈ। ਜਦੋਂ ਵੀ ਕਿਸੇ ਵਰਕਰ ਨੂੰ ਲੋੜ ਪੈਂਦੀ ਤਾਂ ਮੱਘਰ ਸਿੰਘ ਕੂਲਰੀਆਂ ਵੱਧ ਤੋਂ ਵੱਧ ਆ ਕੇ ਹਿੱਸਾ ਵਿੱਚ ਲੈਂਦੇ। ਅਗਲੀ ਗੱਲ ਕਰ ਲਈਏ ਆਪਾਂ ਸਰਕਾਰਾਂ ਦੀ ਵੀ ਗੱਲ ਕਰ ਲਈਏ, ਜਿਹੜੀ ਹੁਣ ਤੋਂ ਲੈ ਕੇ ਅੱਜ ਦੇ ਇਸ ਬਰਸੀ ਸਮਾਰੋਹ ਵਿੱਚ ਇਕੱਤਰ ਹੋਏ ਭੈਣੋ ਤੇ ਭਰਾਵੋ, ਸਾਡੇ ਇਹ ਜਿਹੜਾ ਧਰਨਾ ਦਾ ਸਟੇਜ ਹੈ, ਸਾਲ ਭਰ ਤੋਂ ਵੱਧ ਹੋ ਗਿਆ ਅਸੀਂ ਇੱਥੇ। ਹਾਂਜੀ, ਸਾਰਿਆਂ ਨੂੰ ਜਿਹੜੀ ਹੈਗੀ ਹੈ ਕੋਈ ਆਪਣਾ ਇੱਥੇ ਸਮਾਂ ਦਿੰਦੇ ਰਹੇ ਹਾਂ, ਤਾਂ ਕਿ ਉਹਨਾਂ ਦੇ ਸੰਬੰਧ ਵਿੱਚ ਜਿਹੜੀ ਹੈ ਸ਼ਰਧਾਂਜਲੀ ਸਮਾਰੋਹ ਹੋ ਸਕਣ। ਅੱਜ ਜਿਹੜਾ ਹੈ ਸਰ ਮੱਘਰ ਸਿੰਘ ਜਿਹੜੇ ਖੇਤੀਬਾੜੀ ਦਾ ਨਵਾਂ ਮਾਡਲ ਲੈ ਕੇ ਇੱਕ ਜਥੇਬੰਦੀ ਉਹਦੀ ਬਣਾਈ, ਜਿਹੜੇ ਤੁਸੀਂ ਪੋਸਟਰ ਲੱਗਿਆ ਉੱਤੇ ਪੜ੍ਹ ਲਓ, ਤਾਂ ਉਹ ਇਸ ਨੂੰ ਸਮਰਪਿਤ ਸਨ। ਮੈਨੂੰ ਇਹ ਵੀ ਖੁਸ਼ੀ ਹੈ ਕਿ ਮੱਘਰ ਸਿੰਘ ਦੀ ਸੋਚ ਨੂੰ ਪ੍ਰਲਾਏ ਹਸਤੀਆਂ ਜਿਨ੍ਹਾਂ 'ਚੋਂ ਮੈਂ ਬਹੁਤ ਸਾਰਿਆਂ ਨੂੰ ਜਾਣਦਾ, ਉਹ ਇੱਥੇ ਸ਼ਾਮਲ ਨੇ। ਦਰਅਸਲ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਮੈਂ ਕੋਈ ਹੋਰ ਗੱਲ ਕਰਾਂ, ਮੈਂ ਅੱਜ ਜਿਹੜਾ ਪ੍ਰਧਾਨ ਮੰਤਰੀ ਨੇ ਜਿਹੜਾ ਕੱਲ੍ਹ ਬਿਆਨ ਦਿੱਤਾ ਉਹਦੇ ਬਾਰੇ ਗੱਲ ਕਰਾਂ, ਕਿਉਂਕਿ ਮੁਲਕ ਇਸ ਵਕਤ ਵੱਖ-ਵੱਖ ਪਿੰਡਾਂ ਤੋਂ, ਸ਼ਹਿਰ ਤੋਂ ਆਏ ਬਜ਼ੁਰਗ, ਨੌਜਵਾਨ ਵੀਰ ਮਾਤਾਵਾਂ ਤੇ ਭੈਣੋ, ਅੱਜ ਅਸੀਂ ਇੱਕ ਬਹੁਪੱਖੀ ਸ਼ਖਸੀਅਤ ਜਿਹੜੀ ਹੈ ਉਹਨਾਂ ਨੂੰ ਲਗਾਤਾਰ ਜੋ 10 ਸਾਲ ਤੋਂ ਯਾਦ ਕਰ ਰਹੇ ਹਾਂ, ਅੱਜ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇੱਥੇ ਇਕੱਠੇ ਹੋਏ ਹਾਂ। ਇਸ ਤਰ੍ਹਾਂ ਇਕੱਠੇ ਹੋਣਾ, ਭਾਵੇਂ ਜਥੇਬੰਦੀਆਂ ਬਾਰ-ਬਾਰ
ਸੱਦਾ ਦਿੰਦੀਆਂ ਨੇ, ਚਾਹੇ ਸੜਕ ਰੋਕਣ ਦਾ ਹੈ, ਚਾਹੇ ਕੋਈ ਹੋਰ ਹੈ। ਇਹਨਾਂ ਚੀਜ਼ਾਂ ਦਾ ਇੱਕੋ ਹੀ ਮਕਸਦ ਹੁੰਦਾ ਹੈ ਕਿ ਅਸੀਂ ਇਹਨਾਂ ਤੋਂ ਕੁਝ ਨਾ ਕੁਝ ਸਿੱਖ ਕੇ ਜਾਣਾ ਹੈ। ਇਹ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੇ ਲਈ ਇੱਕ ਤਰ੍ਹਾਂ ਦੀ ਕਲਾਸ ਨੇ, ਇੱਕ ਤਰ੍ਹਾਂ ਦੀ ਜਮਾਤ ਨੇ, ਇੱਕ ਤਰ੍ਹਾਂ ਦਾ ਪੜ੍ਹਨ ਦਾ ਸਕੂਲ ਹੈ। ਇਸ ਕਰਕੇ ਅੱਜ ਅਸੀਂ ਜਦੋਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਤਾਂ ਇਹਦਾ ਜਿਹੜਾ ਵਿਸ਼ਾ ਹੈ ਅੱਜ ਦਾ ਉਹ ਰੱਖਿਆ ਹੈ ਕਿ ਖੇਤੀ ਸੰਕਟ ਤੇ ਕਿਸਾਨੀ ਘੋਲ। ਜਦੋਂ ਅਸੀਂ ਦੇਖਦੇ ਹਾਂ ਖੇਤੀ ਸੰਕਟ ਦਾ 1965-66 ਤੋਂ ਜਦੋਂ ਤੋਂ ਖੇਤੀ ਸ਼ੁਰੂ ਹੋਈ ਹੈ ਰਸਾਇਣਕ, ਪਹਿਲਾਂ ਅਸੀਂ ਜਿਹੜੀ ਖੇਤੀ ਦੀ ਅੱਜ ਗੱਲ ਕਰਦੇ ਹਾਂ ਜਿਹਨੂੰ ਹੁਣੇ ਕਹਿ ਰਹੇ ਨੇ ਜ਼ਹਿਰ ਵਾਲੀ ਹੋ ਗਈ, ਇਸ ਤੋਂ ਪਹਿਲਾਂ ਅਸੀਂ ਉਹੀ ਖੇਤੀ ਜਿਹੜੀ ਤੀ ਬਾਬੇ ਨਾਨਕ ਵਾਲੀ ਕਰ ਰਹੇ ਤੇ। ਪਿੰਡਾਂ ਦੇ ਅੰਦਰ ਕੋਈ ਖਾਦ ਨਹੀਂ ਤੀ, ਕੋਈ ਸਪਰੇਅ ਨਹੀਂ ਤੀ, ਕੋਈ ਯੂਰੀਆ ਨਹੀਂ ਤੀ। ਇੰਨਾ ਹੀ ਸਰਕਾਰਾਂ ਨੇ ਜਿਹਦੇ ਬਾਰੇ ਅਗਰ ਅਸੀਂ ਲਗਾਤਾਰ ਘੋਖ ਕਰਕੇ ਦੇਖਦੇ ਹਾਂ ਤਾਂ ਦੋ ਜਿਹੜੀਆਂ ਸੰਸਥਾਵਾਂ ਤੀਆਂ ਫੋਰਡ ਫਾਊਂਡੇਸ਼ਨ ਵਰਗੀਆਂ, ਉਹਨਾਂ ਨੇ ਇਸ ਰਸਾਇਣਕ ਖੇਤੀ ਦੇ ਲਈ ਹਿੰਦੁਸਤਾਨ ਦੀ ਸਰਕਾਰ ਤੱਕ ਪਹੁੰਚ ਕੀਤੀ ਤੇ ਉਹਨਾਂ ਨੇ ਪੰਜਾਬ ਦੇ ਖਿੱਤੇ ਨੂੰ ਚੁਣਿਆ। ਉਹਦੇ ਲਈ ਲਗਾਤਾਰ ਜਿਹੜੀ ਹੈ 65-66 ਤੋਂ ਬਾਅਦ ਹਰੀ ਕ੍ਰਾਂਤੀ ਦੇ ਨਾਂ ਦੇ ਉੱਤੇ ਲੋਕਾਂ ਨੂੰ ਇਹ ਰਸਾਇਣਕ ਖਾਦਾਂ ਤੇ ਉਸ ਤੋਂ ਬਾਅਦ ਕੁਝ ਸਮਾਂ ਬਾਅਦ ਕਿ ਉਸ ਟਾਈਮ ਕੋਈ ਰਸਾਇਣਕ ਜਿਹੜੀ ਸਪਰੇਅ ਆ ਉਹਦੀ ਲੋੜ ਨਹੀਂ ਤੀ। ਜਦੋਂ ਜਿਉਂ-ਜਿਉਂ ਅਸੀਂ ਇਹਨੂੰ ਪਾਉਂਦੇ ਗਏ ਜ਼ਮੀਨ ਜਿਹੜੀ ਆ ਉਹ ਬਿਮਾਰ ਹੁੰਦੀ ਗਈ ਤੇ ਤਿਉਂ ਜਿਹੜਾ ਆ ਹੋਰ ਉਹਦੇ ਵਿੱਚ ਸਪਰੇਹਾਂ ਕਰਨ ਦੀ ਸਾਨੂੰ ਲੋੜ ਜਿਹੜੀ ਆ ਉਹ ਪੈਂਦੀ ਰਹੀ, ਕਿਉਂਕਿ ਵੱਖ-ਵੱਖ ਬਿਮਾਰੀਆਂ ਜਿਹੜੀਆਂ ਨੇ ਉਹ ਵੱਧਦੀਆਂ ਗਈਆਂ। ਤੇ ਅੱਜ ਸਥਿਤੀ ਇਹ ਹੈ ਕਿ ਪੰਜਾਬ ਦੇ ਅੰਦਰ ਭਾਵੇਂ ਇਹ ਕਿਸਾਨ ਸੰਘਰਸ਼ ਜਿਹੜਾ ਆ ਖੇਤੀਬਾੜੀ ਦਾ ਪੰਜਾਬ ਦੇ ਵਿੱਚੋਂ ਸ਼ੁਰੂ ਹੋਇਆ ਹੈ, ਜ਼ਮੀਨ ਬਚਾਉਣ ਵਾਲਾ, ਖੇਤੀ ਨੂੰ ਬਚਾਉਣ ਵਾਲਾ, ਪਰ ਅਸੀਂ ਦੇਖ ਰਹੇ ਹਾਂ ਕਿ ਅੱਜ ਪੰਜਾਬ ਦੇ ਅੰਦਰ ਸਥਿਤੀ ਇਹ ਹੈ ਕਿ ਇੱਥੋਂ ਦਾ ਅਗਲਾ ਨੌਜਵਾਨ, ਜਿਹੜੀ ਅਗਲੀ ਪੀੜ੍ਹੀ ਹੈ, ਉਹ ਕੋਈ ਖੇਤੀ ਕਰਨ ਵੱਲ ਨੂੰ ਜਾ ਨਹੀਂ ਰਹੀ, ਨਾ ਅਸੀਂ ਉਹਨੂੰ ਪ੍ਰੇਰ ਰਹੇ ਹਾਂ। ਅਸੀਂ ਕੀ ਦੇਖ ਰਹੇ ਹਾਂ ਕਿ ਲਗਾਤਾਰ ਸਾਡੇ ਨੌਜਵਾਨ ਜਿਹੜੇ ਬੱਚੇ ਨੇ ਉਹ ਵਿਦੇਸ਼ਾਂ ਵੱਲ ਨੂੰ ਰੁੱਖ ਕਰ ਰਹੇ ਨੇ। ਅਸੀਂ 20-20 ਲੱਖ ਰੁਪਈਆ ਲਾ ਕੇ ਆਪਣੇ ਬੱਚੇ ਜਿਹੜੇ ਨੇ ਬਾਹਰ ਭੇਜ ਰਹੇ ਹਾਂ ਤੇ ਉਹਦੇ ਨਾਲ ਸਾਡਾ ਦੋ ਤਰ੍ਹਾਂ ਦਾ ਨੁਕਸਾਨ ਹੋ ਰਿਹਾ ਹੈ। ਇੱਕ ਤਾਂ ਸਾਡਾ ਜਿਹੜਾ ਸਰਮਾਇਆ ਹੈ ਉਹ ਬਾਹਰ ਜਾ ਰਿਹਾ ਹੈ, ਦੂਸਰਾ ਜਿਹੜੀ ਸਾਡੀ ਮਨੁੱਖੀ ਸਰੋਤ ਨੇ, ਜਿਹੜੀ ਆਉਣ ਵਾਲੀ ਸਾਡੀ ਪੀੜ੍ਹੀ ਹੈ ਉਹ ਵੀ ਬਾਹਰ ਜਾ ਰਹੀ ਹੈ ਉਹਨਾਂ ਲੋਕਾਂ ਦੀ ਸੇਵਾ ਦੇ ਲਈ। ਬਾਹਰ ਕੀ ਹੈ ਕਿ ਇਹੋ ਕਾਰਪੋਰੇਟ ਖੇਤੀ ਉੱਥੇ ਹੋ ਰਹੀ ਹੈ, ਇਹੋ ਕਾਰਪੋਰੇਟ ਘਰਾਣੇ ਉੱਥੇ ਦੀਆਂ ਸਰਕਾਰਾਂ ਨੂੰ ਚਲਾ ਰਹੇ ਨੇ ਤੇ ਜਿਨ੍ਹਾਂ ਦੇ ਖਿਲਾਫ ਅਸੀਂ ਇੱਥੇ ਸੰਘਰਸ਼ ਲੜ ਰਹੇ ਹਾਂ। ਅਸੀਂ ਅੱਜ ਵੀ ਦੇਖ ਰਹੇ ਹਾਂ ਕਿ 90% ਲੋਕ ਜਿਹੜੇ ਅੱਜ ਵੀ ਉਰੇ ਬੈਠੇ ਨੇ ਉਹ ਵੀ 50 ਸਾਲ ਤੋਂ ਉੱਪਰ ਵਾਲੇ ਨੇ। ਸਾਡਾ ਨਵਾਂ ਜਿਹੜਾ ਅਗਲਾ ਭਵਿੱਖ ਹੈ, ਜਿਹਦੇ ਲਈ ਇਹ ਜ਼ਮੀਨ ਦੀ ਲੋੜ ਹੈ, ਇਸ ਪੰਜਾਬ ਦੀ ਲੋੜ ਹੈ, ਇਸ ਹਿੰਦੁਸਤਾਨ ਦੀ ਲੋੜ ਹੈ, ਉਹ ਕਿੱਥੇ ਆ? ਉਹ ਗਾਇਬ ਹੈ, ਉਹਨੂੰ ਵੀ ਲੱਭਣ ਦੀ ਲੋੜ ਹੈ। ਤੇ ਖੇਤੀ ਦਾ ਜਿਹੜਾ ਸੰਕਟ ਹੈ ਉਹ ਅੱਜ ਇੱਥੇ ਖੜਾ ਆ ਕਿ ਜਿੰਨੀ ਮਰਜ਼ੀ ਰੇਹ ਸਪਰੇਅ ਅਸੀਂ ਹੁਣ ਕਰ ਲਈਏ, ਹੁਣ ਨਾ ਝਾੜ ਵੱਧ ਰਿਹਾ ਤੇ ਉਲਟਾ ਇਹਦੇ ਉੱਤੇ ਖਰਚਾ ਜਿਹੜਾ ਉਹ ਲਗਾਤਾਰ ਵੱਧ ਰਿਹਾ ਹੈ। ਕਿਸਾਨ ਜਿਹੜਾ ਆ ਉਹ ਅੱਜ ਵੀ ਕਰਜ਼ਈ ਹੈ। ਅਸੀਂ ਹੁਣ ਕਿੰਨੇ ਸਾਲਾਂ ਤੋਂ ਲਗਾਤਾਰ ਸੁਣ ਰਹੇ ਹਾਂ ਕਿ ਲੱਖਾਂ ਕਿਸਾਨ ਜਿਹੜੇ ਨੇ ਕਰਜ਼ੇ ਦੀ ਮਾਰ ਹੇਠ ਖੁਦਕਸ਼ੀਆਂ ਕਰ ਗਏ ਤੇ ਅੱਜ ਵੀ ਕਰ ਰਹੇ ਨੇ। ਤੇ ਇਸ ਖੇਤੀ ਨੂੰ ਅਸੀਂ ਬਚਾਉਣ ਦਾ ਉਪਰਾਲਾ ਕਰ ਰਹੇ ਹਾਂ ਤੇ ਸਰਕਾਰ ਜਿਹੜੀ ਆ ਉਹ ਲਗਾਤਾਰ, ਕਿਉਂਕਿ ਜਿਹੜੇ ਵਪਾਰ ਦੇ ਦੂਸਰੇ ਸਾਧਨ ਤੇ ਭਾਵੇਂ ਉਹ ਪੈਟਰੋਲ ਡੀਜ਼ਲ ਵੇਚਣਾ ਤੀ ਜਾਂ ਹੋਰ ਜਿਹੜੇ ਗੈਸ ਵੇਚਣੀ ਤੀ ਜਾਂ ਜਿੰਨਾ ਹੋਰ ਕੋਈ ਕੁਦਰਤੀ ਕੋਲੇ ਦਾ ਸਾਧਨ ਤੀ, ਉਹ ਅੱਜ ਸਾਇੰਟਿਸਟ ਇਹ ਕਹਿ ਰਹੇ ਨੇ ਕਿ ਅਸੀਂ ਖਤਮ ਹੋਣ ਦੇ ਕਿਨਾਰੇ ਤੱਕ ਉਹਨੂੰ ਲੈ ਗਏ ਹਾਂ। ਹੁਣ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਲੱਗ ਰਿਹਾ ਹੈ ਕਿ ਇਸ ਵਪਾਰ ਦੇ ਵਿੱਚੋਂ ਕੁਝ ਨਹੀਂ ਨਿਕਲਣਾ। ਹੁਣ ਇੱਕੋ ਚੀਜ਼ ਆ ਵਪਾਰ ਦੇ ਲਈ ਜਿਹੜੀ ਬਚੀ ਆ, ਉਹ ਹੈ ਭੋਜਨ। ਭੋਜਨ ਇੱਕ ਇਹੋ ਜਿਹੀ ਚੀਜ਼ ਹੈ ਜਿਹਦਾ ਵਪਾਰ ਕਦੇ ਦੁਨੀਆ ਦੇ ਵਿੱਚ ਰੁਕ ਨਹੀਂ ਸਕਦਾ, ਕਿਉਂਕਿ ਸਵੇਰੇ ਬੰਦਾ ਖਾਏਗਾ, ਦੁਪਹਿਰੇ ਫਿਰ ਭੁੱਖ ਲੱਗੇਗੀ, ਦੁਪਹਿਰ ਖਾਏਗਾ ਤੇ ਸ਼ਾਮ ਨੂੰ ਫਿਰ ਖਾਣਾ ਆ। ਇਹਨਾਂ ਕਾਰਪੋਰੇਟ ਘਰਾਣਿਆਂ ਦੀ ਇੱਕੋ ਹੀ ਕੱਖ ਹੈ ਕਿ ਹੁਣ ਇਸ ਭੋਜਨ ਦੇ ਉੱਤੇ ਕਿਵੇਂ ਕਬਜ਼ਾ ਕੀਤਾ ਜਾਵੇ। ਬਾਹਰਲੇ ਦੇਸ਼ਾਂ ਦੇ ਅੰਦਰ ਜਿੰਨੇ ਮਤਲਬ ਯੂਰਪ ਦੇ ਦੇਸ਼ ਨੇ, ਉੱਥੇ ਭੋਜਨ ਦੇ ਉੱਤੇ ਅੱਜ ਵੀ ਕਾਰਪੋਰੇਟ ਘਰਾਣਿਆਂ ਦਾ ਜਿਹੜਾ ਆ ਕਬਜ਼ਾ ਆ।
ਉੱਥੇ ਤੁਹਾਨੂੰ ਬਣਿਆ ਬਣਾਇਆ ਫਾਸਟ ਫੂਡ ਮਿਲਦਾ ਆ, ਤੁਸੀਂ ਆਪ ਕੋਈ ਨਹੀਂ ਆਪਣੇ ਕੋਲ ਰੱਖ ਸਕਦੇ, ਜਿਹਦੇ ਦੇ ਤਹਿਤ ਸਾਡੇ ਉੱਤੇ ਵੀ ਮੰਨ ਲਓ ਇਸ ਤਰ੍ਹਾਂ ਦੀ ਜਿਹੜੀ ਆ ਉਹ ਗੱਲ ਜਿਹੜੀ ਆ ਆਉਣ ਜਾ ਰਹੀ ਹੈ। ਤੇ ਇਸ ਕਰਕੇ ਲੋੜ ਹੈ ਕਿ ਜਿਹੜਾ ਇਸ ਰਸਾਇਣਿਕ ਖੇਤੀ ਦਾ ਇੱਕ ਜਿਹੜਾ ਮਾਡਲ ਅਸੀਂ ਲੈ ਕੇ ਚੱਲ ਰਹੇ ਹਾਂ, ਇੱਕ ਤਾਂ ਇਹਨੂੰ ਬਦਲ ਕੇ ਕੁਦਰਤੀ ਖੇਤੀ ਵੱਲ ਲੈ ਜਾਣ ਦਾ ਜਿਹੜਾ ਉਪਰਾਲਾ ਆ ਉਹ ਸਾਨੂੰ ਕਰਨਾ ਚਾਹੀਦਾ ਹੈ। ਦੂਸਰਾ, ਇਸ ਸੰਘਰਸ਼ ਨੂੰ ਮਜ਼ਬੂਤ ਕਰਨ ਦੇ ਲਈ ਸਾਨੂੰ ਜਿਹੜਾ ਆ ਆਪਣੇ ਨਵੇਂ ਰਸਤੇ ਜਿਹੜੇ ਨੇ ਉਹ ਲੱਭਣੇ ਪੈਣਗੇ, ਕਿਉਂਕਿ ਸਰਕਾਰਾਂ ਜਿਸ ਤਰੀਕੇ ਨਾਲ ਇਹ ਲੱਗਦਾ ਦੀ ਕਿ ਸੰਘਰਸ਼ ਜਲਦੀ ਖਤਮ ਹੋਏਗਾ, ਪਰ ਅੱਜ ਅਸੀਂ ਦੇਖ ਰਹੇ ਹਾਂ ਕਿ ਇਹ ਸੰਘਰਸ਼ ਜਲਦੀ ਖਤਮ ਹੋਣ ਵਾਲਾ ਨਹੀਂ, ਇਹ ਸੰਘਰਸ਼ ਹੋਰ ਵਧੇਗਾ, ਕਿਉਂਕਿ ਦੋਨੇ ਤਾਕਤਾਂ ਜਿਹੜੀਆਂ ਨੇ ਉਹ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰ ਰਹੀਆਂ ਨੇ। ਇਸ ਕਰਕੇ ਜ਼ੋਰ ਦੇ ਨਾਲ ਜੋਸ਼ ਦੇ ਨਾਲ ਹੋਸ਼ ਦੀ ਵੀ ਲੋੜ ਹੈ। ਇਸ ਸੰਘਰਸ਼ ਨੂੰ ਅਸੀਂ ਨਵੇਂ ਤਰੀਕੇ ਨਾਲ ਕਿਵੇਂ ਲੋਕਾਂ ਦੇ ਅੰਦਰ ਲਿਜਾ ਸਕਦੇ ਹਾਂ, ਕਿਵੇਂ ਅਸੀਂ ਉਸ ਖੇਤੀ ਵੱਲ ਆ ਸਕਦੇ ਹਾਂ ਜਿਹੜੀ ਇਹਨਾਂ ਕਾਰਪੋਰੇਟ ਘਰਾਣਿਆਂ ਦੀਆਂ ਬਣਾਈਆਂ ਹੋਈਆਂ ਚੀਜ਼ਾਂ, ਰੇਹਾਂ ਸਪਰੇਹਾਂ, ਇਹਨਾਂ ਡੀਜ਼ਲਾਂ ਤੋਂ ਜਿਹੜਾ ਖਹਿੜਾ ਛੁੱਟ ਚੁੱਕੇ, ਤੇ ਅਸੀਂ ਆਪਣੀ ਖੇਤੀ ਜਿਹੜੀ ਆ ਉਹ ਕਰਕੇ ਆਪਣੀ ਇਸ ਜਿਹੜੀ ਦੁਨੀਆ ਹੈ ਜਾਂ ਸਾਡੇ ਜਿਹੜੇ ਲੋਕ ਨੇ ਇਹਨਾਂ ਨੂੰ ਬਿਮਾਰੀਆਂ ਤੋਂ ਬਚਾ ਸਕੀਏ। ਹੁਣ ਅਸੀਂ ਕੀ ਕਰ ਰਹੇ ਹਾਂ ਕਿ ਅਸੀਂ ਪੈਸਾ ਕਮਾ ਰਹੇ ਹਾਂ ਤੇ ਉਹਨੂੰ ਹਸਪਤਾਲਾਂ ਦੇ ਰਾਹੀਂ, ਦਵਾਈਆਂ ਦੇ ਰਾਹੀਂ ਇਹਨਾਂ ਹੀ ਕਾਰਪੋਰੇਟ ਘਰਾਣਿਆਂ ਕੋਲੇ ਪਹੁੰਚਾ ਰਹੇ ਹਾਂ। ਇਹਨਾਂ ਗੱਲਾਂ ਉੱਤੇ ਸੋਚਣ ਦੀ ਲੋੜ ਹੈ ਤੇ ਮਗਰ ਸਿੰਘ ਜੀ ਵੱਲੋਂ ਜੋ ਇਹ ਖੇਤੀਬਾੜੀ ਦਾ ਵਿਕਾਸ ਤੇ ਕਿਸਾਨ ਦਾ ਵਿਕਾਸ ਕਰਾਉਣ ਦਾ ਉਪਰਾਲਾ ਜਿਹੜਾ ਕੀਤਾ ਗਿਆ ਸੀ ਉਹਦੇ ਵੱਲ ਅੱਗੇ ਵਧਣ ਦੀ ਲੋੜ ਹੈ। ਇਹਨਾਂ ਗੱਲਾਂ ਦੇ ਨਾਲ ਮੈਂ ਬੇਨਤੀ ਕਰਦਾ ਕਿ ਅਸੀਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰੀਏ, ਵੱਧ ਚੜ੍ਹ ਕੇ ਇਹਦੇ ਵਿੱਚ ਹਿੱਸਾ ਪਾਈਏ, ਲੋਕਾਂ ਦੇ ਨਾਲ ਇਹਨਾਂ ਗੱਲਾਂ ਉੱਤੇ ਬਹਿਸ ਕਰੀਏ ਤੇ ਇਹਨਾਂ ਗੱਲਾਂ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਉਸ ਸ਼ਖਸੀਅਤ ਦੀ ਬਰਸੀ ਮਨਾ ਰਹੇ ਹਾਂ ਜਿਨ੍ਹਾਂ ਨੇ ਆਪਣੀ ਤਾਉਮਰ ਸੰਘਰਸ਼ਾਂ ਦੇ ਵਿੱਚ ਲੰਘਾਤੀ। ਜਿੱਥੇ ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ, ਉੱਥੇ ਮੈਂ ਭੈਣ ਗਮਦੂਰ ਕੌਰ ਨੂੰ ਵੀ ਸਲਾਮ ਕਰਦੀ ਹਾਂ ਜਿਨ੍ਹਾਂ ਨੇ ਇੱਕ ਦਿਨ ਵੀ ਮੱਥੇ ਵੱਟ ਨਹੀਂ ਸੀ ਪਾਇਆ ਕਿ ਉਹ ਕਿੱਧਰੋਂ ਆਏ ਆ ਤੇ ਕਿੱਧਰ ਨੂੰ ਜਾਂਦੇ ਆ, ਤੇ ਹਰ ਸਮੇਂ ਉਹਨਾਂ ਦਾ ਸਾਥ ਦਿੱਤਾ ਸੀ। ਘਰ ਤੋਂ ਬਾਹਰ ਜਾ ਕੇ ਕੋਈ ਸੰਘਰਸ਼ ਕਰ ਸਕਦਾ ਹੈ, ਕੋਈ ਨੌਕਰੀ ਕਰ ਸਕਦਾ ਹੈ, ਉਹ ਤਾਂ ਹੀ ਕਰ ਸਕਦਾ ਹੈ ਜੇ ਉਹਨਾਂ ਨੂੰ ਪਰਿਵਾਰ ਦਾ ਸਾਥ ਮਿਲਦਾ ਹੈ। 1970 ਤੋਂ ਲੈ ਕੇ ਉਹਨਾਂ ਨੇ ਸੰਘਰਸ਼ ਕੀਤਾ। 75 ਦੇ ਵਿੱਚ ਐਮਰਜੈਂਸੀ ਦੇ ਦੌਰਾਨ ਉਹਨਾਂ ਨੇ ਸੰਘਰਸ਼ ਕੀਤਾ ਤੇ ਪੰਚਾਇਤ ਸਕੱਤਰੀ ਦੀ ਨੌਕਰੀ ਨੂੰ ਲੱਤ ਮਾਰ ਕੇ ਉਹ ਸੂਬਾ ਸਕੱਤਰ ਦੇ ਅਹੁਦੇ ਤੱਕ ਚਲੇ ਗਏ ਤੇ ਸੰਘਰਸ਼ ਕਰਦੇ ਰਹੇ। ਇਸ ਤਰ੍ਹਾਂ ਉਹਨਾਂ ਨੇ ਕੋਈ ਵੀ ਮੌਕਾ ਨਹੀਂ ਛੱਡਿਆ ਜਿੱਥੇ ਉਹਨਾਂ ਨੇ ਸੰਘਰਸ਼ ਤੋਂ ਪਿੱਛੇ ਹਟੇ ਹੋਣ ਤੇ ਲੋਕਾਂ ਦੇ ਨਾਲ ਉਹ ਨਾ ਖੜੇ ਹੋਣ। ਉਹਨਾਂ ਨੇ ਕਿਸਾਨ ਵਿਕਾਸ ਫਰੰਟ ਵੀ ਬਣਾਇਆ ਜਿੱਥੇ ਉਹਨਾਂ ਨੇ ਮਾਰਕਸਵਾਦ ਤੇ ਪੂੰਜੀਵਾਦ ਦੇ ਵਿਚਕਾਰਲਾ ਰਾਹ ਚੁਣ ਕੇ ਉਹ ਚੱਲੇ ਤੇ 1980 ਦਾ ਭਾਵੇਂ ਬੱਸ ਕਿਰਾਇਆ ਘੋਲ ਹੋਵੇ ਉੱਥੇ ਵੀ ਉਹ ਸਭ ਤੋਂ ਅੱਗੇ ਹੁੰਦੇ ਸੀ। ਤੇ ਜੇ ਸਾਡੇ ਆ ਧੌਲੇ 'ਚ ਅਸੀਂ ਦੇਖਦੇ ਹਾਂ ਕਿ ਟਰਾਈਡੈਂਟ ਦੀ ਮੈਨੇਜਮੈਂਟ ਨਾਲ ਸਾਡੇ ਕਿਸਾਨਾਂ ਦੀ ਲੜਾਈ ਚੱਲੀ ਤਾਂ ਉੱਥੇ ਵੀ ਉਹ ਸਭ ਤੋਂ ਅੱਗੇ ਹੁੰਦੇ ਸੀ। ਜੇ ਗੋਬਿੰਦਪੁਰਾ ਦੇ ਵਿੱਚ ਜ਼ਮੀਨੀ ਸੰਘਰਸ਼ ਚੱਲਿਆ, ਜ਼ਮੀਨਾਂ ਬਚਾਉਣ ਦੀ ਗੱਲ ਚੱਲੀ ਕਿਸਾਨਾਂ ਦੀ, ਤਾਂ ਉੱਥੇ ਵੀ ਉਹ ਸਭ ਤੋਂ ਅੱਗੇ ਹੁੰਦੇ ਸੀ। ਇੱਕ ਵੀ ਮੌਕਾ ਨਹੀਂ ਉਹ ਜਦੋਂ ਪਿੱਛੇ ਹਟੇ ਹੋਣ। ਤੇ ਭੈਣ ਗਮਦੂਰ ਕੌਰ 2011 'ਚ ਜਦੋਂ ਉਹ ਸਾਡੇ ਤੋਂ ਵਿਛੜ ਕੇ ਚਲੇ ਗਏ, ਇਹਨਾਂ ਨੇ ਦੁੱਖ ਜ਼ਰੂਰ ਹੁੰਦਾ ਬੰਦੇ ਨੂੰ, ਪਰ ਇਹਨਾਂ ਨੇ ਆਪਣਾ ਸੁਭਾਅ ਨਹੀਂ ਛੱਡਿਆ, ਆਪਣੇ ਸੰਘਰਸ਼ੀ ਸੁਭਾਅ ਨੂੰ ਨਾਲ ਲੈ ਕੇ ਉਦੋਂ ਤੋਂ ਇਹ ਸਾਡੇ ਨਾਲ ਚੱਲਦੇ ਆ ਰਹੇ ਆ। ਤੇ ਮੈਂ ਭੈਣ ਨੂੰ ਫੇਰ ਸਲਾਮ ਕਰਦੀ ਹਾਂ ਕਿ ਸਾਨੂੰ ਇਹੋ ਜਿਹੀਆਂ ਔਰਤਾਂ ਦੀ ਲੋੜ ਆ, ਜਿੱਥੇ ਸੰਘਰਸ਼ੀ ਵੀਰਾਂ ਦੀ ਲੋੜ ਹੈ ਉੱਥੇ ਸਾਨੂੰ ਇਹੋ ਜਿਹੀਆਂ ਭੈਣਾਂ ਦੀ ਵੀ ਲੋੜ ਹੈ। ਤੇ ਸਰਕਾਰਾਂ ਨੂੰ ਇਹੋ ਜਿਹੇ ਸੰਘਰਸ਼ਸ਼ੀਲ ਯੋਧੇ ਹੀ ਝੁਕਾ ਸਕਦੇ ਆ। ਜਿਵੇਂ ਅਸੀਂ ਪਰਸੋਂ ਚੱਕ ਅਲੀ ਸ਼ੇਰ ਦੀ ਵਰਸੀ ਮਨਾਈ ਆ, ਕੱਲ੍ਹ ਅਸੀਂ ਸਾਡੇ ਸ਼ਹੀਦਾਂ ਦੀ ਅਰਦਾਸ ਕੀਤੀ ਹੈ, ਯੂਪੀ ਦੇ ਸ਼ਹੀਦਾਂ ਦੀ। ਤੇ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇਹੋ ਜਿਹੇ ਸ਼ਹੀਦ ਪੈਦਾ ਹੋਣ। ਸਰਕਾਰਾਂ ਨੂੰ ਕੀ ਤਕਲੀਫ ਹੈ ਕਿ ਉਹ ਸਾਡੀ ਹੋਂਦ ਨੂੰ ਖਤਮ ਕਰਨ ਲੱਗੀਆਂ ਹੋਈਆਂ ਨੇ। ਇਹ ਜਿਹੜੇ 4 ਸ਼ਹੀਦ ਤੇ 5ਵਾਂ ਪੱਤਰਕਾਰ ਸਾਡਾ ਸ਼ਹੀਦ ਹੋਇਆ,
ਸਰਕਾਰਾਂ ਨੂੰ ਇਹਨਾਂ ਤੋਂ ਕੀ ਤਕਲੀਫ ਕਿ ਸਰਕਾਰ ਨੇ ਇਹਨਾਂ ਨੂੰ ਗੱਡੀ ਨਾਲ ਰੋਂਦਣ ਦੀਆਂ ਕੋਸ਼ਿਸ਼ਾਂ ਕੀਤੀਆਂ ਤੇ ਰੋਣ ਦਿੱਤਾ। ਫਿਰ ਅਜੇ ਮੰਨਣ ਲਈ ਤਿਆਰ ਨਹੀਂ। ਸਾਡੇ ਸਰਕਾਰ ਦੇ ਸਾਹਮਣੇ ਵੀ ਇਹ ਚੁਣੌਤੀਆਂ ਨੇ ਕਿ ਇਹ ਘੋਲ ਇੰਨਾ ਸ਼ਾਂਤਮਈ ਕਿਵੇਂ ਚੱਲ ਰਿਹਾ, ਉਹ ਸਾਡੇ ਘੋਲ ਨੂੰ ਖੰਡਾਉਣਾ ਚਾਹੁੰਦੀ ਹੈ। ਸਰਕਾਰ ਲਈ ਇਹ ਵੀ ਚੁਣੌਤੀ ਆ ਕਿ ਸਾਡੇ ਇੰਨਾ ਕੁਝ ਕਰਨ ਦੇ ਬਾਵਜੂਦ ਇਹਨਾਂ ਦੇ ਹੌਸਲੇ ਅੱਜ ਵੀ ਕਿਉਂ ਬੁਲੰਦ ਹੈ। ਇਹ ਜਿਹੜੇ ਸੰਘਰਸ਼ੀ ਪਰਿਵਾਰ ਆ, ਇਹਨਾਂ ਤੇ ਵਿਪਤਾ ਪੈਂਦੀ ਆ, ਇਹ ਸਾਡੇ ਸੰਘਰਸ਼ ਦਾ ਹਿੱਸਾ ਨੇ ਤੇ ਸਾਨੂੰ ਪਤਾ ਹੈ ਕਿ ਅਸੀਂ ਇਹਨਾਂ ਦਾ ਸਾਥ ਦੇਣਾ। ਜੇ ਇਹਨਾਂ ਨੇ ਸਾਡਾ ਸਾਥ ਦਿੱਤਾ, ਉਹ ਸਾਡੇ ਲਈ ਜਾਨਾਂ ਵਾਰ ਕੇ ਗਏ ਆ, ਤੇ ਅਸੀਂ ਵੀ ਇਹਨਾਂ ਦਾ ਸਾਥ ਦੇਣਾ ਹੈ। ਤੇ ਕਾਰਪੋਰੇਟ ਘਰਾਣਿਆਂ ਦੀ ਸਾਡੀ ਲੜਾਈ ਆ ਜਿਹੜੀ ਸਰਕਾਰ ਨਾਲ ਨਹੀਂ, ਉਹ ਕੰਪਨੀਆਂ ਨਾਲ ਆ। ਸਾਡੀ ਲੜਾਈ ਬਹੁਤ ਵੱਡੀ ਹੈ। ਅਸੀਂ ਇਸ ਲੜਾਈ ਨੂੰ ਬੜੇ ਹੌਸਲੇ ਨਾਲ ਤੇ ਸ਼ਾਂਤਮਈ ਰਹਿ ਕੇ ਹੀ ਜਿੱਤਿਆ ਜਾ ਸਕਦਾ ਹੈ। ਤੇ ਜਦੋਂ ਜਿਵੇਂ ਸਾਡੇ ਇੱਥੇ ਦਿਨੋਂ ਦਿਨ ਇਕੱਠ ਵੱਧ ਰਹੇ ਆ, ਇਹ ਲੜਾਈ ਇਕੱਲੀ ਸਾਡੀ ਰੋਟੀ ਦੀ ਨਹੀਂ, ਸਾਡੀ ਹੋਂਦ ਦੀ ਲੜਾਈ ਆ। ਭਾਵੇਂ ਉਹ ਆਈਟੀ ਬੁਢਲਾਡਾ ਦਾ ਸੰਘਰਸ਼ ਹੋਵੇ, ਬਿਜਲੀ ਜੋ ਆਪਣੇ ਬੱਸ ਕਿਰਾਇਆਂ ਦੇ ਵਿੱਚ 43% ਵਾਧਾ ਕੀਤਾ ਉਹਦੇ ਖਿਲਾਫ ਸੰਘਰਸ਼ ਹੋਵੇ, ਜਾਂ ਉੱਥੋਂ ਗੁੰਡਿਆਂ ਵੱਲੋਂ ਸਾਡੇ ਵਿਦਿਆਰਥੀਆਂ ਤੇ ਜਿਹੜਾ ਲਗਾਤਾਰ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ, ਤੇ ਉਹ ਸੰਘਰਸ਼ ਹੈ ਜਿਹੜਾ ਉਹ ਲਗਾਤਾਰ ਸੰਘਰਸ਼ਾਂ ਦੇ ਵਿੱਚ ਰਹੇ। ਉਹ ਇੱਕ ਬਹੁਤ ਹੀ ਸੂਝਵਾਨ ਆਗੂ ਸਨ ਤੇ ਧੜੱਲੇ ਵਾਲੇ ਸਨ, ਕਿਉਂਕਿ ਜਦੋਂ 1975 ਦੇ ਵਿੱਚ ਐਮਰਜੈਂਸੀ ਲਾਈ ਇੰਦਰਾ ਗਾਂਧੀ ਵੱਲੋਂ, ਤਾਂ ਉਸ ਸਮੇਂ ਸਾਰਿਆਂ ਤੋਂ ਪਹਿਲਾਂ ਨੌਜਵਾਨ ਨੂੰ ਜਿਹੜੇ ਮੀਸਾ ਟਾਡਾ ਵਰਗੇ ਕਾਨੂੰਨ ਸੰਗੀਨ ਧਾਰਾਵਾਂ ਲਾ ਕੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ, ਤੇ ਲਗਾਤਾਰ ਇਹਨਾਂ ਦਾ ਸੰਘਰਸ਼ ਹੈ ਜਿਹੜਾ ਨੌਜਵਾਨ ਭਾਰਤ ਸਭਾ ਦੇ ਕੁੱਲ ਵਕਤੀ ਤੌਰ ਤੇ ਵੀ ਕੰਮ ਕੀਤਾ ਇਹਨਾਂ ਨੇ। ਕਿਉਂਕਿ ਮੇਰੇ ਨਾਲ ਸਿੱਧੇ ਤੌਰ ਤੇ ਬਹੁਤਾ ਲੰਬਾ ਸਮਾਂ ਬਾਹ ਨਹੀਂ ਪਿਆ, ਪਰ ਸਾਡੇ ਸਾਥੀ ਆ ਜਿਹੜੇ ਉਹਦੀ ਪੂਰੀ ਜੀਵਨੀ ਨੂੰ ਆਪਣੇ ਵਿਚਾਰਾਂ ਦੇ ਅਧੀਨ ਜਾਂ ਸਾਡੇ ਆਪਣੇ ਜੋ ਬੁਲਾਰੇ ਬੋਲਣਗੇ ਉਹ ਲੈ ਕੇ ਆਉਣਗੇ। ਪਰ ਸਾਨੂੰ ਇੰਨਾ ਜ਼ਰੂਰ ਪਤਾ ਹੈ ਕਿ ਉਹਨਾਂ ਨੇ ਸਾਰੀ ਜ਼ਿੰਦਗੀ ਹੈ ਜਿਹੜੀ ਸਾਡੇ ਦੱਬੇ ਕੁਚਲੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਸਤੇ ਲਾਈ ਆ। ਸਾਰਿਆਂ ਤੋਂ ਪਹਿਲਾਂ ਮੈਂ ਬੇਨਤੀ ਕਰੂੰ ਕਿ ਮੇਲਾ ਸਿੰਘ ਕੱਟੂ ਆਪਣੇ ਜੋ ਕਿਸਾਨ ਆਗੂ ਦੇ ਤੌਰ ਤੇ ਇੱਥੇ ਵਿਚਰ ਰਹੇ ਆ, ਉਹ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨਗੇ। ਉਸ ਤੋਂ ਬਾਅਦ ਗੁਰਨਾਮ ਸਿੰਘ ਠੀਕਰੀ ਵਾਲਾ ਉਹ ਤਿਆਰ ਰਹਿਣ। ਆਪਾਂ ਰੋਜ਼ ਦੀ ਤਰ੍ਹਾਂ ਸਟੇਟ ਸੈਕਟਰੀ ਵੱਲੋਂ ਬੋਲਿਆ ਗਿਆ ਹੈ, ਜਿੱਥੇ ਸੰਘਰਸ਼ ਕਰ ਰਹੇ ਹਾਂ, ਜਿਹੜੇ ਸੰਘਰਸ਼ ਕਰਦੇ ਸਾਤੋਂ ਵਿਛੜ ਗਏ ਨੇ ਕਿਸੇ ਵੀ ਕਾਰਨਾਂ ਕਰਕੇ। ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ, ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ, ਮੇਰੇ ਲਹੂ ਦਾ ਕੇਸਰ ਮਿੱਟੀ 'ਚ ਨਾ ਮਿਲਾਇਓ, ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ। ਹੋਣਾ ਨਹੀਂ ਮੈਂ ਚਾਹੁੰਦਾ ਸੜ ਕੇ ਸੁਆ ਕੇ ਰਾਂ, ਹੋਣਾ ਨਹੀਂ ਮੈਂ ਚਾਹੁੰਦਾ ਸੜ ਕੇ ਸੁਆ ਕੇ ਰਾਂ, ਜਦ ਜਦ ਢਲੇਗਾ ਸੂਰਜ ਕਣ ਕਣ ਮੇਰਾ ਲਿਸਕਾਇਓ, ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ, ਮੇਰੀ ਵੀ ਜ਼ਿੰਦਗੀ ਕੀ ਬਸ ਬੂਰ ਸਰਕੜੇ ਦਾ, ਮੇਰੀ ਵੀ ਜ਼ਿੰਦਗੀ ਕੀ ਬਸ ਬੂਰ ਸਰਕੜੇ ਦਾ, ਆਹਾਂ ਦਾ ਸੇਕ ਕਾਫੀ ਤੇਲੀ ਵੇ ਸਕ ਨਾ ਲਾਇਓ,
मेरी मौत ते न रोयो, मेरी सोच नू बचायो। बलगना च कैद होना मेरे नहीं मुआफक, बलगना विच कैद होना मेरे नहीं मुआफक। यारां दे वांगू अर्थी सड़कां ते ही जलायो, मेरी मौत ते न रोयो, मेरी सोच नू बचायो। जिंदगी तो मौत ताई आउंदे ने बड़े चिराहे, जिंदगी तो मौत ताई आउंदे ने बड़े चिराहे। पर जिस दा पंध है विखड़ा उसे ही राल जायो, मेरी मौत ते न रोयो, मेरी सोच नू बचायो। मेरे लहू दा केसर मिट्टी च ना मिलायो, मेरी मौत ते न रोयो, मेरी सोच नू बचायो। धन्यवाद। ਅੱਜ ਅਸੀਂ ਉਸ ਸ਼ਖਸੀਅਤ ਦੀ ਬਰਸੀ ਮਨਾ ਰਹੇ ਹਾਂ ਜਿਨ੍ਹਾਂ ਨੇ ਆਪਣੀ ਤਾਉਮਰ ਸੰਘਰਸ਼ਾਂ ਦੇ ਵਿੱਚ ਲੰਘਾਤੀ। ਜਿੱਥੇ ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ ਉੱਥੇ ਮੈਂ ਭੈਣ ਗਮਦੂਰ ਕੌਰ ਨੂੰ ਵੀ ਸਲਾਮ ਕਰਦੀ ਹਾਂ ਜਿਨ੍ਹਾਂ ਨੇ ਇੱਕ ਦਿਨ ਵੀ ਮੱਥੇ ਵੱਟ ਨਹੀਂ ਸੀ ਪਾਇਆ ਕਿ ਉਹ ਕਿੱਧਰੋਂ ਆਏ ਆ ਤੇ ਕਿੱਧਰ ਨੂੰ ਜਾਂਦੇ ਆ, ਤੇ ਹਰ ਸਮੇਂ ਉਹਨਾਂ ਦਾ ਸਾਥ ਦਿੱਤਾ ਸੀ। ਘਰ ਤੋਂ ਬਾਹਰ ਜਾ ਕੇ ਕੋਈ ਸੰਘਰਸ਼ ਕਰ ਸਕਦਾ ਹੈ, ਕੋਈ ਨੌਕਰੀ ਕਰ ਸਕਦਾ ਹੈ, ਉਹ ਤਾਂ ਹੀ ਕਰ ਸਕਦਾ ਹੈ ਜੇ ਉਹਨਾਂ ਨੂੰ ਪਰਿਵਾਰ ਦਾ ਸਾਥ ਮਿਲਦਾ ਹੈ। 1970 ਤੋਂ ਲੈ ਕੇ ਉਹਨਾਂ ਨੇ ਸੰਘਰਸ਼ ਕੀਤਾ। 75 ਦੇ ਵਿੱਚ ਐਮਰਜੈਂਸੀ ਦੇ ਦੌਰਾਨ ਉਹਨਾਂ ਨੇ ਸੰਘਰਸ਼ ਕੀਤਾ ਤੇ ਪੰਚਾਇਤ ਸਕੱਤਰੀ ਦੀ ਨੌਕਰੀ ਨੂੰ ਲੱਤ ਮਾਰ ਕੇ ਉਹ ਸੂਬਾ ਸਕੱਤਰ ਦੇ ਅਹੁਦੇ ਤੱਕ ਚਲੇ ਗਏ ਤੇ ਸੰਘਰਸ਼ ਕਰਦੇ ਰਹੇ। ਇਸ ਤਰ੍ਹਾਂ ਉਹਨਾਂ ਨੇ ਕੋਈ ਵੀ ਮੌਕਾ ਨਹੀਂ ਛੱਡਿਆ ਜਿੱਥੇ ਉਹਨਾਂ ਨੇ ਸੰਘਰਸ਼ ਤੋਂ ਪਿੱਛੇ ਹਟੇ ਹੋਣ ਤੇ ਲੋਕਾਂ ਦੇ ਨਾਲ ਉਹ ਨਾ ਖੜੇ ਹੋਣ। ਉਹਨਾਂ ਨੇ ਕਿਸਾਨ ਵਿਕਾਸ ਫਰੰਟ ਵੀ ਬਣਾਇਆ ਜਿੱਥੇ ਉਹਨਾਂ ਨੇ ਮਾਰਕਸਵਾਦ ਤੇ ਪੂੰਜੀਵਾਦ ਦੇ ਵਿਚਕਾਰਲਾ ਰਾਹ ਚੁਣ ਕੇ ਉਹ ਚੱਲੇ ਤੇ 1980 ਦਾ ਭਾਵੇਂ ਬੱਸ ਕਿਰਾਇਆ ਘੋਲ ਹੋਵੇ ਉੱਥੇ ਵੀ ਉਹ ਸਭ ਤੋਂ ਅੱਗੇ ਹੁੰਦੇ ਸੀ। ਤੇ ਜੇ ਸਾਡੇ ਆ ਧੌਲੇ 'ਚ ਅਸੀਂ ਦੇਖਦੇ ਹਾਂ ਕਿ ਟਰਾਈਡੈਂਟ ਦੀ ਮੈਨੇਜਮੈਂਟ ਨਾਲ ਸਾਡੇ ਕਿਸਾਨਾਂ ਦੀ ਲੜਾਈ ਚੱਲੀ ਤਾਂ ਉੱਥੇ ਵੀ ਉਹ ਸਭ ਤੋਂ ਅੱਗੇ ਹੁੰਦੇ ਸੀ। ਜੇ ਗੋਬਿੰਦਪੁਰਾ ਦੇ ਵਿੱਚ ਜ਼ਮੀਨੀ ਸੰਘਰਸ਼ ਚੱਲਿਆ, ਜ਼ਮੀਨਾਂ ਬਚਾਉਣ ਦੀ ਗੱਲ ਚੱਲੀ ਕਿਸਾਨਾਂ ਦੀ, ਤਾਂ ਉੱਥੇ ਵੀ ਉਹ ਸਭ ਤੋਂ ਅੱਗੇ ਹੁੰਦੇ ਸੀ। ਇੱਕ ਵੀ ਮੌਕਾ ਨਹੀਂ ਉਹ ਜਦੋਂ ਪਿੱਛੇ ਹਟੇ ਹੋਣ। ਤੇ ਭੈਣ ਗਮਦੂਰ ਕੌਰ 2011 'ਚ ਜਦੋਂ ਉਹ ਸਾਡੇ ਤੋਂ ਵਿਛੜ ਕੇ ਚਲੇ ਗਏ, ਇਹਨਾਂ ਨੇ ਦੁੱਖ ਜ਼ਰੂਰ ਹੁੰਦਾ ਬੰਦੇ ਨੂੰ, ਪਰ ਇਹਨਾਂ ਨੇ ਆਪਣਾ ਸੁਭਾਅ ਨਹੀਂ ਛੱਡਿਆ, ਆਪਣੇ ਸੰਘਰਸ਼ੀ ਸੁਭਾਅ ਨੂੰ ਨਾਲ ਲੈ ਕੇ ਉਦੋਂ ਤੋਂ ਇਹ ਸਾਡੇ ਨਾਲ ਚੱਲਦੇ ਆ ਰਹੇ ਆ। ਤੇ ਮੈਂ ਭੈਣ ਨੂੰ ਫੇਰ ਸਲਾਮ ਕਰਦੀ ਹਾਂ ਕਿ ਸਾਨੂੰ ਇਹੋ ਜਿਹੀਆਂ ਔਰਤਾਂ ਦੀ ਲੋੜ ਆ, ਜਿੱਥੇ ਸੰਘਰਸ਼ੀ ਵੀਰਾਂ ਦੀ ਲੋੜ ਹੈ ਉੱਥੇ ਸਾਨੂੰ ਇਹੋ ਜਿਹੀਆਂ ਭੈਣਾਂ ਦੀ ਵੀ ਲੋੜ ਹੈ। ਤੇ ਸਰਕਾਰਾਂ ਨੂੰ ਇਹੋ ਜਿਹੇ ਸੰਘਰਸ਼ਸ਼ੀਲ ਯੋਧੇ ਹੀ ਝੁਕਾ ਸਕਦੇ ਆ। ਜਿਵੇਂ ਅਸੀਂ ਪਰਸੋਂ ਚੱਕ ਅਲੀ ਸ਼ੇਰ ਦੀ ਵਰਸੀ ਮਨਾਈ ਆ, ਕੱਲ੍ਹ ਅਸੀਂ ਸਾਡੇ ਸ਼ਹੀਦਾਂ ਦੀ ਅਰਦਾਸ ਕੀਤੀ ਹੈ, ਯੂਪੀ ਦੇ ਸ਼ਹੀਦਾਂ ਦੀ। ਤੇ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇਹੋ ਜਿਹੇ ਸ਼ਹੀਦ ਪੈਦਾ ਹੋਣ। ਸਰਕਾਰਾਂ ਨੂੰ ਕੀ ਤਕਲੀਫ ਹੈ ਕਿ ਉਹ ਸਾਡੀ ਹੋਂਦ ਨੂੰ ਖਤਮ ਕਰਨ ਲੱਗੀਆਂ ਹੋਈਆਂ ਨੇ। ਇਹ ਜਿਹੜੇ 4 ਸ਼ਹੀਦ ਤੇ 5ਵਾਂ ਪੱਤਰਕਾਰ ਸਾਡਾ ਸ਼ਹੀਦ ਹੋਇਆ, ਸਰਕਾਰਾਂ ਨੂੰ ਇਹਨਾਂ ਤੋਂ ਕੀ ਤਕਲੀਫ ਕਿ ਸਰਕਾਰ ਨੇ ਇਹਨਾਂ ਨੂੰ ਗੱਡੀ ਨਾਲ ਰੋਂਦਣ ਦੀਆਂ ਕੋਸ਼ਿਸ਼ਾਂ ਕੀਤੀਆਂ ਤੇ ਰੋਣ ਦਿੱਤਾ, ਫਿਰ ਅਜੇ ਮੰਨਣ ਲਈ ਤਿਆਰ ਨਹੀਂ। ਸਾਡੇ ਸਰਕਾਰ ਦੇ ਸਾਹਮਣੇ ਵੀ ਇਹ ਚੁਣੌਤੀਆਂ ਨੇ ਕਿ ਇਹ ਘੋਲ ਇੰਨਾ ਸ਼ਾਂਤਮਈ ਕਿਵੇਂ ਚੱਲ ਰਿਹਾ, ਉਹ ਸਾਡੇ ਘੋਲ ਨੂੰ ਖੰਡਾਉਣਾ ਚਾਹੁੰਦੀ ਹੈ।
ਸਰਕਾਰ ਲਈ ਇਹ ਵੀ ਚੁਣੌਤੀ ਆ ਕਿ ਸਾਡੇ ਇੰਨਾ ਕੁਛ ਕਰਨ ਦੇ ਬਾਵਜੂਦ ਇਹਨਾਂ ਦੇ ਹੌਸਲੇ ਅੱਜ ਵੀ ਕਿਉਂ ਬੁਲੰਦ ਹੈ। ਇਹ ਜਿਹੜੇ ਸੰਘਰਸ਼ੀ ਪਰਿਵਾਰ ਆ, ਇਹਨਾਂ ਤੇ ਵਿਪਤਾ ਪੈਂਦੀ ਆ, ਇਹ ਸਾਡੇ ਸੰਘਰਸ਼ ਦਾ ਹਿੱਸਾ ਨੇ ਤੇ ਸਾਨੂੰ ਪਤਾ ਹੈ ਕਿ ਅਸੀਂ ਇਹਨਾਂ ਦਾ ਸਾਥ ਦੇਣਾ। ਜੇ ਇਹਨਾਂ ਨੇ ਸਾਡਾ ਸਾਥ ਦਿੱਤਾ, ਉਹ ਸਾਡੇ ਲਈ ਜਾਨਾਂ ਵਾਰ ਕੇ ਗਏ ਆ, ਤੇ ਅਸੀਂ ਵੀ ਇਹਨਾਂ ਦਾ ਸਾਥ ਦੇਣਾ ਹੈ। ਤੇ ਕਾਰਪੋਰੇਟ ਘਰਾਣਿਆਂ ਦੀ ਸਾਡੀ ਲੜਾਈ ਹੈ ਜਿਹੜੀ ਸਰਕਾਰ ਨਾਲ ਨਹੀਂ, ਉਹ ਕੰਪਨੀਆਂ ਨਾਲ ਹੈ। ਸਾਡੀ ਲੜਾਈ ਬਹੁਤ ਵੱਡੀ ਹੈ। ਅਸੀਂ ਇਸ ਲੜਾਈ ਨੂੰ ਬੜੇ ਹੌਸਲੇ ਨਾਲ ਤੇ ਸ਼ਾਂਤਮਈ ਰਹਿ ਕੇ ਹੀ ਜਿੱਤਿਆ ਜਾ ਸਕਦਾ ਹੈ। ਤੇ ਜਦੋਂ ਜਿਵੇਂ ਸਾਡੇ ਇੱਥੇ ਦਿਨੋਂ ਦਿਨ ਇਕੱਠ ਵੱਧ ਰਹੇ ਆ, ਇਹ ਲੜਾਈ ਇਕੱਲੀ ਸਾਡੀ ਰੋਟੀ ਦੀ ਨਹੀਂ, ਸਾਡੀ ਹੋਂਦ ਦੀ ਲੜਾਈ ਆ। ਸਤਿਕਾਰਯੋਗ ਧਰਨੇ 'ਚ ਪਹੁੰਚੇ ਵੀਰ ਬਜ਼ੁਰਗ ਭੈਣ ਤੇ ਭਰਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਸਟੇਜ ਤੋਂ ਅਸੀਂ ਉਚੇਚੇ ਤੌਰ ਤੇ ਸਾਡੇ ਵੱਡੇ ਵੀਰ ਮੱਘਰ ਸਿੰਘ ਦੀ ਜੋ ਬਰਸੀ ਮਨਾ ਰਹੇ ਹਨ, ਉਹਨੂੰ ਸਰਦਾ ਦੇ ਫੁੱਲ ਭੇਟ ਕਰ ਰਹੇ ਹਾਂ। ਇਹ ਪਰਿਵਾਰ ਦੇ ਨਾਲ ਮੇਰਾ ਤਕਰੀਬਨ 90 ਦਾ ਵਾਹ ਵਾਸਤਾ ਦਰਸ਼ਨ ਸਿੰਘ ਥਾਣੇਦਾਰ ਕਰਕੇ ਹੋਇਆ ਸੀਗਾ। ਉਦੋਂ ਤੋਂ ਇਹ ਪਰਿਵਾਰ ਨਾਲ ਕਾਫੀ ਮੈਂ ਨੇੜੇ ਤੋਂ ਜੁੜੇ, ਮੈਂ ਭੈਣ ਨਾਲ, ਵੀਰ ਮੱਘਰ ਸਿੰਘ ਨਾਲ, ਤੇ ਬਹੁਤ ਹੀ ਸੰਘਰਸ਼ੀ ਪਰਿਵਾਰ ਹੈਗਾ। ਕਿਉਂਕਿ ਜਦੋਂ ਤੋਂ ਮੈਂ ਦੇਖਦਾ ਹੈਗਾ ਇਹਨਾਂ ਨੂੰ, ਕੋਈ ਵੀ ਕਿਤੇ ਵੀ ਕੋਈ ਰੌਲਾ ਹੈਗਾ, ਵੀਰ ਮੱਘਰ ਸਿੰਘ ਉਹਦੇ ਵਿੱਚ ਮੋਹਰਲੀ ਕਤਾਰਾਂ ਵਿੱਚ ਹੋ ਕੇ ਰੋਲ ਅਦਾ ਕਰਦਾ ਰਿਹਾ ਹੈਗਾ। ਚਾਹੇ ਇੱਥੇ ਲੋਕਲ ਕੋਈ ਬਿਜਲੀ ਬੋਰਡ ਦਫ਼ਤਰ ਦਾ ਰੌਲਾ, ਜਾਂ ਕਿਸੇ ਹੋਰ ਦਾ ਐਸਟੀਐਮ ਦਫ਼ਤਰ ਦਾ ਰੌਲਾ, ਚਾਹੇ ਟਰਾਈਡੈਂਟ ਦਾ ਰੌਲਾ, ਪਰ ਇਹ ਪਰਿਵਾਰ ਮੱਘਰ ਸਿੰਘ ਨੇ ਜਾਂ ਭੈਣ ਗਮਦੂਰ ਸਿੰਘ ਨੇ ਲਗਾਤਾਰ ਲੋਕਾਂ ਦੇ ਲਈ ਆਪਾਂ ਬਾਹਰ ਕੁਰਬਾਨ ਕਰਨ ਵਾਲੀ ਗੱਲ ਕੀਤੀ ਹੈਗੀ, ਤੇ ਲੋਕਾਂ ਦੇ ਲਈ ਸਾਡਾ ਉਹਨਾਂ ਨੇ ਲੋਕਾਂ ਦੀ ਗੱਲ ਕੀਤੀ ਹੈਗੀ। ਕਿਉਂਕਿ ਅਜਿਹੇ ਲੋਕ ਬਹੁਤ ਘੱਟ ਹੁੰਦੇ ਨੇ ਜਿਹੜੇ ਲੋਕਾਂ ਲਈ ਆਪਾਂ ਕੁਰਬਾਨ ਕਰਦੇ ਨੇ, ਪਰ ਮੱਘਰ ਸਿੰਘ ਜੀ ਉਹਨਾਂ ਲੋਕਾਂ ਦੇ ਵਿੱਚ ਇੱਕ ਨੇਗੇ ਜਿਹੜੇ ਲੋਕਾਂ ਲਈ ਆਪਦਾ ਸਾਰਾ ਜੀਵਨ ਦਾਨ ਦੇ ਗਏ ਨੇਗੇ, ਆਪਦੀ ਲਾਸਟ ਦਮ ਤੱਕ ਲੋਕਾਂ ਲਈ ਲੜਦੇ ਰਹੇ ਨੇਗੇ, ਲੋਕਾਂ ਲਈ ਕੁਰਬਾਨੀ ਕਰਦੇ ਰਹੇ। ਇਸ ਲਈ ਅੱਜ ਅਸੀਂ ਨਾ ਸਰਦਾ ਫੁੱਲ ਭੇਟ ਕਰਦੇ। ਵੱਡੀ ਸਰਦਾ ਫੁੱਲ ਤਾਂ ਸਾਡਾ ਇਹੀ ਹੈ ਵੀ ਅਸੀਂ ਜਿਹੜੀ ਗੱਲ ਕਹਿ ਕੇ ਗਏ ਨੇ ਬਾਊ ਜੀ ਵੀ ਜਿਹੜੀ ਕੁਦਰਤੀ ਖੇਤੀ ਬਣੀ ਨੂੰ ਮੁੜੀਏ ਤਾਂ ਵਧੀਆ ਗੱਲ ਹੈਗੀ। ਕਿਉਂਕਿ 65 ਤੋਂ ਲੈ ਕੇ ਜਾਂ 60 ਤੋਂ ਲੈ ਕੇ ਜਿੰਨਾ ਡੇ ਬਾਈ ਡੇ ਜ਼ਹਿਰਾਂ ਦਾ ਵਾਧਾ ਹੋ ਰਿਹਾ ਹੈਗਾ, ਇੱਕ ਕੰਪਨੀ ਦੂਜੀ ਤੀਜੀ ਚੌਥੀ ਕਿੰਨੀਆਂ ਕੰਪਨੀਆਂ ਸਾਡੀਆਂ ਆ ਗਈਆਂ, ਰੇਹ ਯੂਰੀਆ DAP ਹੋਰ ਕਿੰਨੀਆਂ ਉਹ ਆ ਗਏ ਨੇਗੇ, ਤੇ ਦੂਜੀਆਂ ਸਪਰੇਹਾਂ ਕਿੰਨੀਆਂ ਆ ਗਈਆਂ ਨੇ, ਦੂਜੀ ਤੋਂ ਦੂਜੀ ਵੱਧਦੀ ਆ ਗਈ ਹੈ। ਕੋਈ ਕਹਿੰਦਾ ਬੰਬ ਆ ਗਈ ਜੀ, ਕੋਈ ਕਹਿੰਦਾ DDP ਆ ਗਈ, ਕੋਈ ਕੁਛ, ਕੋਈ ਜਣ ਕਹਿਣ ਦਾ ਭਾਵ ਲੋਕ ਅਜੇ ਪਹਿਲੀ ਸਪਰੇਅ ਦਾ ਅਸਰ ਦੇਖਦੇ ਨਹੀਂ ਹੈ ਵੀ ਇਹਦਾ ਸੁੰਡੀ ਮਰ ਗਈ ਜਾਂ ਨਾ ਮਰ ਗਈ, ਤੇਲਾ ਮਰ ਗਿਆ ਜਾਂ ਨਾ ਮਰ ਗਿਆ। ਉਹ ਜਦੋਂ ਦੇਖਦੇ ਵੀ ਗਵਾਂਢੀ ਨੇ ਢੋਲੀ ਚੱਕ ਲਈ, ਉਹ ਨਾਲ ਦੀ ਨਾਲ ਹੀ ਦੂਜਾ ਮੇਰਾ ਵੀਰ ਚਾਹੇ ਉਹਨੇ ਹਫ਼ਤਾ ਤੋਂ ਪਰ ਘੱਟ ਹੀ ਹੋਇਆ ਹੁੰਦਾ, ਨਾਲ ਦੀ ਨਾਲ ਚੱਕ ਲੈਂਦੇ। ਇਸ ਕਰਕੇ ਸਾਨੂੰ ਇਧਰਲੇ ਪਾਸੋਂ ਰੁਝਾਨ ਮੋੜਨਾ ਚਾਹੀਦਾ ਹੈਗਾ। ਕਿਉਂਕਿ ਜੇ ਰੁਝਾਨ ਨਾ ਮੋੜਿਆ, ਜਿਹੜਾ ਸਮਾਂ ਹੈਗਾ ਉਹ ਵੀ ਸਾਡੇ ਲਈ ਮਾਰੂਗਾ ਤੇ ਰਸਾਇਣਕ ਤੌਰ ਤੇ ਵੀ ਸਾਡੇ ਲਈ ਮਾਰੂਗਾ। ਕਿਉਂਕਿ ਇੱਥੋਂ ਦੇ ਕਾਰਪੋਰੇਟ ਘਰਾਣਿਆਂ ਨੇ ਲਗਾਤਾਰ ਆਪਦਾ ਇਜਾਰੇਦਾਰੀ ਕਾਇਮ ਕਰਕੇ ਇੱਥੇ ਕੋਈ ਵੀ ਚੀਜ਼ ਵੇਚਣੀ ਹੈ, ਜੋ ਕਿ ਕੰਪਨੀਆਂ ਨੇ ਰੇਹ ਸਪਰੇ ਜੋ ਵੀ ਵੇਚਣਾ ਹੈਗਾ, ਜਦ RO ਆਇਆ ਔਰ ਪਾਣੀ ਦੇ ਫਿਲਟਰ ਆਏਗੇ, ਹੋਰ ਵੀ ਸਮੇਂ ਨਾਲ ਮੋਬਾਈਲ ਦੀ ਕੱਢ ਜੋ ਵੀ ਹੈ, ਇਹਨਾਂ ਨੇ ਲਿਆ ਕੇ ਸਾਨੂੰ ਇੰਨੇ ਨਿਗੁਣੇ ਜੇ ਸਾਨੂੰ ਉਹ ਬਣਾਤਾ, ਬੇਕਾਰ ਬਣਾਤਾ। ਕਿਉਂਕਿ ਅਸੀਂ ਇਸ ਮੌਕੇ ਡਿਪੈਂਡੈਂਟ ਹੋ ਗਏ ਸਾਰੇ ਕਾਸੇ ਤੇ। ਰਾਤ ਮੈਂ ਤੇ ਮੇਰਾ ਬੇਟਾ ਗਏ ਜ਼ਰੂਰੀ ਕੰਮ, ਬਾਹਰ ਚਲੇ ਗਏ, ਆਪਣੇ ਮੋਟਰਸਾਈਕਲ 'ਤੇ ਸੀਗੇ। ਉਹ ਜਦੋਂ ਅਸੀਂ 15-20 ਕਿਲੋਮੀਟਰ ਰਸਤੇ ਦੇ ਵਿੱਚ ਆ ਰਹੇ ਸੀਗੇ, ਅਕਾਤ ਜਗ੍ਹਾ ਸੀਗੀ, ਤੇ ਮੈਨੂੰ ਹੱਸਣ ਲੱਗ ਗਿਆ, ਕਹਿੰਦਾ ਪਾਪਾ ਕਿੰਨਾ ਅਕਾਤ ਜਗ੍ਹਾ, ਕੋਈ ਰੌਲਾ ਨਹੀਂ ਰੱਪਾ ਨਹੀਂ। ਜਾਣੀ ਕਹਿਣ ਦਾ ਭਾਵ ਜਦੋਂ ਅਸੀਂ ਅਕਾਤ ਦੇ ਵਿੱਚ ਰਹਿੰਦੇ ਸੀਗੇ, ਸੁੰਨਸਾਨ ਦੇ ਵਿੱਚ ਰਹਿੰਦੇ ਸੀ ਜਾਂ ਘੱਟ ਉਸ ਦੇ ਵਿੱਚ ਰਹਿੰਦੇ ਸੀਗੇ, ਲੋਕ ਸੁਖੀ ਸੀਗੇ। ਹੁਣ ਜਿੰਨੀ ਅਸੀਂ ਵੱਧ ਬਸੋਂ ਦੇ ਵਿੱਚ ਵੱਧ ਉਸ ਦੇ ਵਿੱਚ ਫਸ ਰਹੇ ਹੈਗੇ, ਵੱਧ ਤੇਜ਼ੀ ਦੇ ਵਿੱਚ ਫਸ ਰਹੇ ਹਾਂ, ਉਸ ਦੇ ਨਾਲ ਦੁਖੀ ਹੈ। ਕਿਉਂਕਿ ਹਰ ਘਰ ਦੇ ਵਿੱਚ ਹਰ ਬੰਦਾ ਕਿਸੇ ਨਾ ਕਿਸੇ ਬਿਮਾਰੀ ਦਾ ਪੀੜਤ ਹੈ। ਉਹਦਾ ਕਾਰਨ ਕੀ ਹੈ? ਆਹ ਰੇਹ ਸਪਰੇ ਜੋ ਆਏ ਨੇਗੇ ਜਾਂ ਦਿੱਤੇ ਨੇ, ਸਰਕਾਰ ਦੀ ਦੇਣ ਹੈਗੀ, ਇਹ ਸਾਰੀ ਉਹਨਾਂ ਦੀ ਕਾਢ ਹੈਗੀ। ਉਸ ਤੋਂ ਬਾਅਦ ਦਵਾਈਆਂ ਨੇਗੀਆਂ ਜਾਂ ਹੈਲਥ ਦੀਆਂ ਲਾ ਲਓ, ਉਹ ਵੀ ਡੇ ਬਾਈ ਡੇ, ਜਿਸ ਪਹਿਲਾਂ ਐਸਪੀਰੀਨ ਕੱਢੀ, ਕਨੀਨ ਦੀ ਕਾਢ ਕੱਢੀ, ਹੁਣ ਕਨੀਨ ਤੋਂ ਲਾ ਕੇ ਹਜ਼ਾਰਾਂ ਪਤਾ ਨਹੀਂ ਕਿੰਨੀਆਂ ਕੁ ਦਵਾਈਆਂ ਆ ਗਈਆਂ, ਜਿਹੜੇ ਕਨੀਨ ਦੀ ਵੀ ਪਿਓ ਜਾਂ ਐਸਪਰੀਨ ਦੀ ਪਿਓ ਆ ਗਈਆਂ। ਉਦੋਂ ਗਾ ਅਨਾਲਜਨ ਆਇਆ, ਪੈਰਾਸੀਟਾਮੋਲ ਜੋ ਵੀ ਹੈ, ਮੌਕਸੀਕਲੋਕਸੀ, ਟਰਮੈਸਿਨ ਜੋ ਵੀ ਹੈ। ਹੁਣ
ਇਸ ਤਰ੍ਹਾਂ ਦਾ ਟੀਕੇ ਜਾਂ ਦਵਾਈਆਂ ਆ ਗਈਆਂ, ਉਹ ਕਹਿੰਦੇ ਵੀ ਇੱਕ ਵਾਰੀ ਲੈ ਲਓ ਤਾਂ ਹਫਤਾ ਲੋੜ ਨਹੀਂ। ਦੇਖੋ ਇੰਨੀ ਸਟਰੋਂਗ ਦਵਾਈਆਂ ਜਦੋਂ ਸਾਡੇ ਸਰੀਰ ਦੇ ਵਿੱਚ ਜਾਣਗੀਆਂ, ਉਹ ਚਾਹੇ ਬੰਦੇ ਦੇ ਐਂਗਲ ਤੋਂ ਦੇਖ ਲਈਏ, ਚਾਹੇ ਪਸ਼ੂ ਪੰਛੀਆਂ ਦੇ ਐਂਗਲ ਤੋਂ ਦੇਖ ਲਈਏ, ਉਹ ਸਾਡੇ ਲਈ ਘਾਤਕ ਨੇ। ਇਸ ਕਰਕੇ ਮੈਂ ਫੇਰ ਇਹ ਅਪੀਲ ਕਰਦਾ ਵੀ ਸਾਨੂੰ ਰੁਝਾਨ ਕੁਦਰਤੀ ਖੇਤੀ ਵੱਲ ਮੋੜਨਾ ਚਾਹੀਦਾ। ਤੇ ਉਸ ਤੋਂ ਬਾਅਦ ਗੱਲ ਕਰੀਏ ਸੰਘਰਸ਼ ਦੀ, ਤਾਂ ਜਿਸ ਤਰ੍ਹਾਂ ਲਗਾਤਾਰ ਸਾਡੇ ਮੋਰਚੇ ਦੇ ਆਗੂਆਂ ਨੇ ਪ੍ਰੋਗਰਾਮ ਦਿੱਤੇ ਨੇਗੇ, ਡੀਸੀ ਦਾ ਮੇਰੀਆਂ ਮਾਣਯੋਗ ਧੀਓ, ਸਤਿਕਾਰਯੋਗ ਭੈਣੋ, ਮੇਰੇ ਬਹਾਦਰ ਤੇ ਸੂਝਵਾਨ ਭਰਾਵੋ ਤੇ ਨੌਨਿਹਾਲ ਪੁੱਤਰੋ, ਆਓ ਮੱਘਰ ਸਿੰਘ ਨੂੰ ਤੇ ਸਾਡੇ ਇਸ ਲੋਕ ਕੋਲ ਦੇ ਸ਼ਹੀਦਾਂ ਨੂੰ ਨਮਸਤਕ ਹੋਈਏ। ਮੱਘਰ ਸਿੰਘ ਜੀ ਲੰਮੇ ਸਮੇਂ ਤੋਂ, ਲਗਭਗ 1982 ਤੋਂ ਸਾਡਾ ਰਾਬਤਾ ਹੈ ਤੇ 10/1/1992 ਨੂੰ ਮੇਰੀ ਤਰੱਕੀ ਹੋ ਕੇ ਮੈਂ ਧਨੌਲੇ ਗਿਆ, ਉਹਦਾ ਖੇਤਰ ਸੀ ਉਹ ਲਗਾਤਾਰ ਮੈਨੂੰ ਮਿਲਦੇ ਰਹੇ, ਸਕੂਲ 'ਚ ਮਿਲਦੇ ਰਹੇ, ਘੋੜਾ 'ਚ ਮਿਲਦੇ ਰਹੇ। ਮੈਂ ਇੱਕ ਗੱਲ ਹੀ ਉਹਨਾਂ ਨੂੰ ਮਾਣ ਨਾਲ ਕਹਿ ਸਕਦਾ, ਜਦੋਂ ਵੀ ਮੇਰੇ ਕੋਲ ਗਏ ਉਹਨਾਂ ਦੇ ਹੱਥ 'ਚ ਜਾਂ ਕੋਈ ਲੀਫਲੈਟ ਹੈ ਜਾਂ ਕੋਈ ਰਸਾਲਾ ਹੈ ਜਿਹੜਾ ਉਹਨਾਂ ਨੇ ਮੈਨੂੰ ਦਿੱਤਾ ਵੀ ਹੈ। ਤੇ ਸਾਡੇ ਵਿਚਾਰਾਂ ਦਾ ਸੁਮੇਲ ਨਾ ਹੋਣ ਦੇ ਬਾਵਜੂਦ, ਮੈਂ ਸਾਫ਼ ਕਹਿੰਦਾ ਕਿ ਸਾਡੇ ਵਿਚਾਰ ਨਹੀਂ ਮਿਲਦੇ ਸੀ, ਫਿਰ ਵੀ ਅਸੀਂ ਲਗਾਤਾਰ ਇੱਕ ਹੋ ਕੇ ਸੰਘਰਸ਼ ਲੜੇ। ਤੇ ਬਾਕੀ ਦਾ ਜਿੱਥੋਂ ਤੱਕ ਇਹਨਾਂ ਦਾ ਪੂਰਾ ਜੀਵਨ ਦੀ ਗੱਲ ਕਰੀਏ, ਮੈਂ 2 ਸ਼ਬਦਾਂ 'ਚ ਮੁਕਾਉਣਾ ਚਾਹੁੰਦਾ, ਸਮਾਂ ਥੋੜ੍ਹਾ ਉਹ ਮਾਣਮੱਤਾ ਸੀ। ਕਦੇ ਕਿਸੇ ਕਿਸਮ ਦਾ ਝੂਠ ਫਰੇਬ ਨਹੀਂ ਦੇਖਿਆ ਤੇ ਉਹਨਾਂ ਦਾ ਸੁਭਾਅ ਦਾ ਨਿੱਘ ਹਰ ਬੰਦੇ ਨੂੰ ਆਪਦੇ ਵੱਲ ਖਿੱਚਦਾ ਸੀ। ਸਭ ਤੋਂ ਵੱਡੀ ਉਹਨਾਂ ਦੀ ਖੂਬੀ ਸੀ, ਮੈਂ ਕਹਿ ਸਕਦਾ ਹਾਂ, ਕਿ ਉਹ ਜਦੋਂ ਵੀ ਕਿਸੇ ਨਾਲ ਗੱਲ ਕਰਦੇ, ਮੈਨੂੰ ਮਿਲਣਾ ਹੈ ਤਾਂ ਪੁੱਛਣਾ, ਬਲਵੰਤ ਕੀ ਹਾਲ ਹੈ, ਘਰ ਕਿਵੇਂ ਹੈ, ਅਸੀਂ ਵੀ ਪੁੱਛਣਾ ਉਹਨੂੰ, ਬਾਈ ਤੁਹਾਡਾ ਕੀ ਹਾਲ ਹੈ। ਇਸ ਨਾਲ ਲਗਾਤਾਰ ਰਾਬਤਾ ਹੋਣ ਕਰਕੇ ਮੈਂ ਉਹਨਾਂ ਦੇ ਜੀਵਨ ਨੂੰ ਨੇੜੇ ਹੋ ਕੇ ਤੱਕਿਆ। ਤੇ ਦੂਸਰੀ ਗੱਲ, ਜਿਹੜੇ ਹੁਣੇ ਭੋਪਾਲ ਜੀ ਕਹਿ ਕੇ ਗਏ ਨੇ, ਅਸਲ ਦੇ ਵਿੱਚ ਮੱਘਰ ਸਿੰਘ ਬਿਲਕੁਲ ਮਾਰਕਸਵਾਦ ਲੈਨਨਵਾਦ ਦੀ 1970 'ਚ ਵਿਚਾਰਧਾਰਾ ਤੋਂ ਤੁਰਿਆ ਸੀ। ਇਹ ਸਪਸ਼ਟ ਹੈ ਕਿ ਫਿਰ ਹੀ ਉਹ ਪੰਜਾਬ ਸਟੂਡੈਂਟ ਯੂਨੀਅਨ 'ਚ ਗਿਆ, ਪੰਜਾਬ ਸਟੂਡੈਂਟ ਯੂਨੀਅਨ ਤੋਂ ਫਿਰ ਉਹ ਨੌਜਵਾਨ ਭਾਰਤ ਸਭਾ 'ਚ ਆਇਆ ਤੇ ਉਹਦਾ ਸਕੱਤਰ ਬਣਿਆ ਸੂਬੇ। ਇਹ ਉਹਦੀ ਇੱਕ ਲਾਈਨ ਸੀ ਜਿਹੜੀ ਅਸੀਂ ਸਮਝਿਆ ਕਿ ਦਰੁਸਤ ਤੇ ਵਿਗਿਆਨਕ ਲਾਈਨ ਸੀ। ਹੌਲੀ ਹੌਲੀ ਉਸ 'ਚ ਕਨਵਰਸ਼ਨ ਹੁੰਦੀ ਗਈ ਤੇ ਉਹ ਕਨਵਰਸ਼ਨ ਦਾ ਉਹਨਾਂ ਨੇ ਫਿਰ ਵੀ ਲੋਕਾਂ ਨਾਲ ਰਾਬਤਾ ਨਹੀਂ ਤੋੜਿਆ, ਹਰ ਸੰਘਰਸ਼ ਦੇ ਵਿੱਚ ਉਹ ਸਾਥ ਦਿੰਦੇ। ਸੋ ਜਿੱਥੋਂ ਤੱਕ ਖੇਤੀ ਦੇ ਸੰਕਟ ਦੀ ਸੰਬੰਧ ਹੈ, ਮੈਨੂੰ ਨਹੀਂ ਲੱਗਦਾ ਕਿ ਇਸ ਸਿਸਟਮ ਦੇ ਅੰਦਰ ਕੋਈ 4 ਕਿੱਲੇ ਕਰ ਲੂ ਖੇਤੀ, ਕੋਈ 2 ਕਿੱਲੇ ਕਰ ਲੂ ਉਹ ਜਿਹੀ ਖੇਤੀ, ਕੋਈ 5 ਕਿੱਲੇ ਕਰ ਲੂ, 7 ਕਿੱਲੇ ਕਰ ਲੂ। ਸਮੱਸਿਆ ਸਭ ਤੋਂ ਵੱਡੀ ਸਾਡੇ ਸਿਸਟਮ ਦੀ ਹੈ, ਇਹ ਸਰਕਾਰ ਸਾਨੂੰ ਖੇਤੀ ਨਹੀਂ ਕਰਨ ਦਿਓ। ਜਿਹੜੀ ਅਸੀਂ ਕਹਿੰਦੇ ਆ, ਭਾਵੇਂ ਜ਼ੋਰ ਲਾ ਲਓ, ਜੇ ਤੁਸੀਂ ਸਾਰੀ ਖੇਤੀ ਨੂੰ ਸੋਚੋਗੇ ਕਿ ਸਾਨੂੰ ਇਹੋ ਜਿਹੀ ਰਸਾਇਣਕ ਖੇਤੀ ਛੱਡਣ ਦੇ ਦੇ, ਜਿਵੇਂ ਆਪ ਹੀ ਕਹਿ ਕੇ ਗਏ ਨੇ ਕਿ ਸ਼੍ਰੀਲੰਕਾ ਦੇ ਵਿੱਚ ਰੌਲਾ ਪਿਆ ਹੋਇਆ ਕਿ ਕਿਉਂ ਤੁਸੀਂ ਰਸਾਇਣਕ ਖੇਤੀ ਛੱਡ ਰਹੇ ਹੋ। ਰਸਾਇਣਕ ਖੇਤੀ ਉਦੋਂ ਹੀ ਛੱਡੀ ਜਾਓ ਜਿੱਥੇ ਅਸੀਂ ਭੁੱਲ ਕਰੀ ਬੈਠੇ ਆ, ਜਦੋਂ ਇਹ ਸਿਸਟਮ ਬਦਲੂਗਾ। ਜਦੋਂ ਇਹ ਸਿਸਟਮ ਲੋਕਾਂ ਦੇ ਹੱਥਾਂ 'ਚ ਆਊਗਾ, ਕਹਿਣਗੇ ਕਿ ਖੇਤੀ ਅਸੀਂ ਆਪਦੀ ਇੱਛਾ ਨਾਲ ਕਰਨੀ ਹੈ। ਅੱਜ ਇਹ ਖੇਤੀ ਸਾਡੀ ਇੱਛਾ ਨਾਲ ਨਹੀਂ ਹੋ ਰਹੀ, ਅੱਜ ਇਹ ਖੇਤੀ ਉਹਨਾਂ ਕੰਪਨੀਆਂ ਦੀ ਇੱਛਾ ਨਾਲ ਹੋ ਰਹੀ ਹੈ। ਇਹ ਸਰਕਾਰ ਜਿਹੜੀ ਉਹਨਾਂ ਕੰਪਨੀਆਂ ਦੀ ਦੱਲਾ ਹੈ, ਉਹਨਾਂ ਦੇ ਕਰਕੇ ਹੋ ਰਹੀ। ਉਹ ਸਾਨੂੰ ਜਦੋਂ ਮਜਬੂਰ ਕਰਦੇ ਆ ਕਿ ਤੁਸੀਂ ਆਹ ਕਰਨਾ ਹੈ, ਜਦੋਂ ਆਹ ਨਵਾਂ ਪੈਟਰਨ ਲਿਆਂਦਾ ਹਰਾ ਇਨਕਲਾਬ, ਉਹ ਸਿਰਫ ਪੰਜਾਬ, ਹਰਿਆਣਾ ਤੇ ਯੂਪੀ ਦਾ ਪੱਛਮੀ ਖੇਤਰ, ਥੋੜ੍ਹਾ ਜਿਹਾ ਆਂਧਰਾ ਦਾ ਖੇਤਰ, ਤੇ ਉੱਥੇ ਸਾਨੂੰ ਲਾਲਚ ਦਿੱਤਾ ਗਿਆ ਕਿ ਤੁਹਾਨੂੰ ਅਸੀਂ ਚੰਗੇ ਭਾਅ ਦੇਵਾਂਗੇ। ਦਿੱਤੇ ਵੀ, ਉਸ ਸਮੇਂ ਅਸੀਂ ਚੰਗੇ ਘਰ ਵੀ ਪਾਇਆ ਸਾਰਿਆਂ ਨੇ, 2 ਰੁਪਈਏ ਵੀ ਆਇਆ ਸਾਡੇ ਹੱਥ। ਤੇ ਜਿਹੜਾ ਬੰਦੇ ਕੋਲੇ 2 ਕਿੱਲੇ ਸੀ, ਉਹ ਕਹਿੰਦਾ ਸੀ ਮੈਨੂੰ ਮਾਣ ਹੈ, ਮੈਂ ਟਰਾਲੀ ਦੇ ਬਹਿ ਕੇ ਗਿਆ ਜਦੋਂ ਚੌਲ ਤੋਰੇ ਆ।
ਇਹ ਫਿਰ ਅਸੀਂ ਕਿਵੇਂ ਕਹਿ ਸਕਦੇ ਕਿ ਇਹ ਖੇਤੀ ਦੇ ਰਾਹ ਅਸੀਂ ਪਏ ਆ? ਜਿਹੜੀ ਸਰਕਾਰ ਨੇ ਉਸ ਰਾਹ ਤੋਰਿਆ, ਜੇ ਉਸ ਰਾਹ ਤੋਂ ਤੁਸੀਂ ਕਹੋਗੇ ਕਿ ਬਿਨਾਂ ਇਸ ਰਾਜ ਪਲਟੇ ਤੋਂ, ਸਰਕਾਰ ਦੇ ਪਲਟਣ ਤੋਂ ਬਿਨਾਂ ਇਹ ਬਦਲ ਜੂ, ਇਹ ਸਾਡੀ ਖਰਾਮ ਖਿਆਲੀ। ਭੁੱਲ ਜਾਣਾ ਚਾਹੀਦਾ ਸਾਨੂੰ ਇਹ ਗੱਲ ਕਿ ਜੇ ਕੋਈ ਇਹ ਸੋਚੀ ਜਾਂਦਾ ਕਿ ਮੇਰੇ 4 ਕਿੱਲਿਆਂ ਨਾਲ ਆਹ ਖੇਤੀ ਠੀਕ ਹੋ ਜੂ, ਇਹਦਾ ਕੋਈ ਅਰਥ ਨਹੀਂ। ਇਹ ਖੇਤੀ ਨੇ ਜਿਹੜਾ ਅਸਲੀ ਰਾਹ ਹੈ, ਵਿਗਿਆਨਕ ਰਾਹ ਹੈ, ਜਦ ਤੱਕ ਅਸੀਂ ਕਹਿੰਦੇ ਆ ਕਿ ਸਾਡਾ ਆਹ ਲੋਕਾਂ ਦੇ ਇਕੱਠ ਨੇ ਜੇ ਅੱਜ ਨੱਕ 'ਚ ਦਮ ਕਰਤਾ ਮੋਦੀ ਦੇ, ਕੱਲ੍ਹ ਨੂੰ ਇਹੀ ਲੋਕ ਜਿੰਨੀ ਇਹਨਾਂ ਨੂੰ ਅੱਜ ਸਮਝ ਆਈ ਵੀ ਹੈ, ਅਸੀਂ ਇਹ ਭੁੱਲ ਕੇ ਤਾਂ ਕਹਿ ਸਕਦੇ ਹਾਂ ਕਿ ਸਾਨੂੰ ਪਤਾ ਹੀ ਨਹੀਂ ਕੰਪਨੀਆਂ ਦਾ। ਆਹ ਜਿੰਨੇ ਬੈਠੇ ਆ ਹਰ ਬੰਦੇ ਨੂੰ ਪਤਾ ਹੈ ਵੀ ਇਹ ਕੰਪਨੀਆਂ ਕੀ ਕਰਨ ਆਈਆਂ ਇੱਥੇ, ਸਭ ਨੂੰ ਪਤਾ ਸਾਡੀ ਜ਼ਮੀਨਾਂ 'ਚੋਂ ਕੀ ਕਰਨ ਆਈਆਂ। ਤੇ ਉਸੇ ਹੀ 2 ਨੰਬਰ ਦੇ ਸਾਡੇ ਵਿਅਕਤੀ ਦਾ ਸਾਫ਼ ਬਿਆਨ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ ਜ਼ਮੀਨ ਖਾਲੀ ਪਈ ਆ, ਲੋਕਾਂ ਕੋਲੇ ਪੈਸੇ ਨਹੀਂ, ਵੀ ਉੱਥੇ ਲਾ ਲੈਣ ਦਿਓ ਕੰਪਨੀਆਂ ਨੂੰ ਪੈਸੇ। ਮੈਂ ਪਹਿਲਾਂ ਵੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰ ਚੁੱਕਿਆ ਕਿ ਇੱਕੋ ਹੀ ਕੰਪਨੀ ਆਈ ਸੀ, 200 ਸਾਲ ਇੱਥੇ ਰਾਜ ਕਰਕੇ ਸਾਨੂੰ ਝਾਫਿਆਂ ਨਾਲ ਕੁੱਟ ਵੀ ਗਈ। ਉਹਨਾਂ ਅੰਗਰੇਜ਼ ਨੂੰ ਕੌਮ ਨੂੰ, ਉਹਨਾਂ ਅੰਗਰੇਜ਼ਾਂ ਨੂੰ, ਭਗਤ ਸਿੰਘ ਹੋਰਾਂ ਨੂੰ ਫਾਂਸੀ ਲੈ ਕੇ ਕੱਢਣਾ ਪਿਆ। ਤੇ ਇਹ ਜੇ ਕੰਪਨੀਆਂ ਨੂੰ ਕੱਢਣਾ ਹੈ, ਲੋਕਾਂ ਦੇ ਇਕੱਠ ਨੇ ਕੱਢਣਾ, ਇਕੱਲੀ ਇਸ ਗੱਲ ਨਹੀਂ ਕੱਢਣਾ ਕਿ ਅਸੀਂ ਖੇਤੀ ਨੂੰ ਕਿਹੜੇ ਰਾਹ ਪਾਈਏ। ਜਦੋਂ ਸਾਨੂੰ ਉਸ ਰਾਹ ਪੈਣ ਹੀ ਨਹੀਂ ਦੇਣਾ ਤਾਂ ਸਾਫ਼ ਹੈ ਕਿ ਖੇਤੀ ਦੇ ਅਸੀਂ ਜਿਹੜਾ ਮਾਡਲ ਚਾਹੁੰਦੇ ਹੋਣਗੇ ਲੋਕ, ਉਹ ਉਦੋਂ ਤੁਰੂਗਾ ਜੇ ਅੱਜ ਸਾਡੀ ਯੂਨੀਵਰਸਿਟੀ ਵੇਚਤੀ, ਖੇਤੀਬਾੜੀ ਯੂਨੀਵਰਸਿਟੀ, ਤੇ ਅਸੀਂ ਉਹਦਾ ਵਿਰੋਧ ਨਹੀਂ ਕਰਦੇ, ਜੇ ਇਹਨਾਂ ਕੰਪਨੀਆਂ ਦਾ ਵਿਰੋਧ ਨਹੀਂ ਕਰਦੇ। ਜੇ 32 ਕਿਸਾਨ ਜਥੇਬੰਦੀਆਂ ਅੱਜ ਲੱਗੀਆਂ ਹੋਈਆਂ ਨੇ, ਸਿਰ ਧੜ ਦੀ ਬਾਜੀ ਲਾਈ ਹੋਈ ਆ, ਉਹ ਦਿੱਲੀ ਬੈਠੇ ਆ, ਉਹ ਬੇਹੱਦ ਸਿਆਣੇ ਲੋਕ ਆ ਜਿਹੜੇ ਜ਼ਬਰ ਨੂੰ ਸਬਰ ਨਾਲ ਚੱਲ ਰਹੇ ਆ। ਤੇ ਜੋ ਕੋਈ ਪਾਸੇ ਬੈਠਾ ਕਹੇ ਕਿ ਇਹ ਐਂ ਚੱਲ ਜੂਗਾ, ਕੱਲਾ ਇੱਕੋ ਹੀ ਕਹਿ ਦੇਣਾ ਕਿ ਅਸੀਂ ਨਾਲ ਆ, ਇੱਥੇ ਬਹੁਤ ਹੋਰ ਆ ਜਿਹੜੇ ਕਹਿੰਦੇ ਆ ਮੋਰਚੇ ਦੇ ਨਾਲ। ਕੱਲ ਇੱਕ ਬੰਦੇ ਨੇ ਮੈਨੂੰ ਨਵੀਂ ਗੱਲ ਕਹੀ, ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਸੀ। ਉਹ ਕਹਿੰਦਾ ਤੁਸੀਂ ਖੇਤੀ ਬੰਦ ਕਰ ਦਿਓ, ਖੇਤੀ 'ਚ ਘੱਟ ਕਰਨ ਲੱਗ ਜਾਓ ਖੇਤੀ ਤੁਸੀਂ। ਉਹ ਬੀਜੇਪੀ ਦਾ ਸੀ। ਜਦੋਂ ਮੇਰੀ ਉਹਦੇ ਨਾਲ ਬਹਿਸ ਹੋਈ, ਇਹਦਾ ਮਤਲਬ ਸਾਨੂੰ ਉਹ 84 ਕਰੋੜ ਲੋਕਾਂ ਨਾਲ ਲੜਾਉਣਾ ਚਾਹੁੰਦਾ ਜਿਨ੍ਹਾਂ ਨੂੰ ਸਬਸਿਡੀ ਮਿਲਦੀ ਹੈ, ਜਿਨ੍ਹਾਂ ਨੂੰ 2 ਰੁਪਏ ਕਿਲੋ ਅਨਾਜ ਮਿਲਦਾ, 4 ਰੁਪਏ ਕਿਲੋ ਅਨਾਜ ਮਿਲਦਾ। ਫਿਰ ਉਹ 84 ਕਰੋੜ ਇਹਨਾਂ ਕਿਸਾਨਾਂ ਦੇ ਉਲਟ ਹੋਣਗੇ। ਤੁਸੀਂ ਉਹ ਚੀਜ਼ ਭਾਲਦੇ ਹੋ। ਤੇ ਸਾਫ਼ ਹੈ ਕਿ ਜਿੰਨਾ ਚਿਰ ਸਾਡਾ ਏਕਾ ਤੇ ਇਕੱਠ ਮਜ਼ਬੂਤ ਨਹੀਂ ਹੁੰਦਾ, ਅਸੀਂ ਇਹਨਾਂ ਸਰਕਾਰਾਂ ਦੇ ਸਮਝ ਕੇ ਆਪਦੇ ਬੱਚਿਆਂ ਨੂੰ ਪੜ੍ਹਾ ਕੇ ਵਿਗਿਆਨਕ ਤੌਰ ਤੇ ਖੜੇ ਕਰਕੇ ਉਹਨਾਂ ਦੇ ਗਲ ਨਹੀਂ ਪਾਉਂਦੇ, ਉਹਨਾਂ ਚਿਰ ਇਹਨਾਂ ਨੇ ਸੂਤ ਨਹੀਂ ਆਉਣਾ। ਬਦਲ ਜੂ, ਇਹ ਸਰਕਾਰ ਬਦਲ ਜੂ ਤੇ ਕੱਲ ਨੂੰ ਕਾਂਗਰਸ ਆ ਜੂ, ਉਹਨੇ ਵੀ ਇਹ ਕੁਛ ਕਰਨਾ। ਇਹ ਨੀਤੀਆਂ ਕਾਂਗਰਸ ਨੇ ਲਿਆਂਦੀਆਂ। ਜਦੋਂ ਲਿਆਂਦੀਆਂ ਸੀ 1991 'ਚ, ਅਸੀਂ ਉਦੋਂ ਕਹਿ ਰਹੇ ਸੀ, ਸਾਡੇ ਸਾਥੀ ਕਹਿ ਰਹੇ ਸੀ ਵੀ ਇਹ ਸਾਨੂੰ ਮਾਰ ਦੇਣਗੀਆਂ ਇਹ ਨੀਤੀਆਂ। ਸਾਨੂੰ ਖੁਦ ਨਹੀਂ ਸੀ ਸਮਝ, ਅਸੀਂ ਕਹਿੰਦੇ ਸੀ ਤੁਸੀਂ ਤਾਂ ਐਵੇਂ ਹੀ ਕਹੀ ਜਾਂਦੇ ਹੋ। ਜਦੋਂ ਸਾਨੂੰ 2001 ਸਮਝ ਆਈ ਹੈ ਕਿ ਹਾਂ ਇਹ ਤਾਂ ਆ ਗਈਆਂ, ਸਾਡੇ ਗਲ ਪੈ ਗਈਆਂ, ਇਹ ਸਕੂਲਾਂ ਨੂੰ ਢਾਉਣ ਲੱਗ ਗਏ, ਇਹ ਹਸਪਤਾਲ ਢਾਉਣ ਲੱਗ ਗਏ, ਵੱਡੇ ਹਸਪਤਾਲ ਬਣਾਤੇ, ਸਕੂਲ ਪ੍ਰਾਈਵੇਟ ਬਣਾਤੇ। ਇਹ ਸਾਰਾ ਕੁਝ ਇਹਨਾਂ ਸਰਕਾਰਾਂ ਦੀ ਚਾਲ ਹੈ। ਤੇ ਅੱਜ ਆਹ ਨਵੀਂ ਚਾਲ ਹੈ ਕਿ ਸਾਰੀ ਖੇਤੀ ਸਾਨੂੰ ਦੇ ਦਿਓ। ਉਹ ਮੈਂ ਸਾਡੇ ਪੁਰਖਿਆਂ ਨੇ ਹਲ ਵਾਹ ਕੇ, ਕਰਾਹੀਆਂ ਚਲਾ ਕੇ ਤੇ ਭੁੱਖੇ ਰਹਿ ਕੇ, ਭੁੱਖੇ ਢਿੱਡ ਫੇਰ ਇਹਨੂੰ ਸਮਾਰਿਆ। ਤੇ ਅੱਜ ਇਹ ਕੋਈ ਮਰਜ਼ੀ ਆ ਜੇ ਅਸੀਂ ਨਹੀਂ ਦੇਣੀ। ਸਾਡੀ ਜ਼ਮੀਨ ਸਿਰ ਧੜ ਦੀ ਬਾਜੀ ਲਾਵਾਂਗੇ, ਜਿਵੇਂ 700 ਬੰਦੇ ਨੇ ਕੁਰਬਾਨੀ ਕਰਤੀ, ਆ ਸਾਡੇ ਕੱਲ ਪੁੱਤਰਾਂ ਨੇ ਕੁਰਬਾਨੀ ਕਰਤੀ ਯੂਪੀ 'ਚ। ਇਹ ਕੁਰਬਾਨੀਆਂ ਜਿੰਨੀਆਂ ਮਰਜ਼ੀ ਹੋਰ ਕਰਾ ਲੈਣ, ਕਰਾਂਗੇ। ਤੇ ਜਦ ਤੱਕ ਪਹਿਲਾਂ ਵੀ ਕਿਹਾ ਕਿ ਜਦ ਤੱਕ ਇਹ ਸਿਸਟਮ ਨਹੀਂ ਉਲਟੂਗਾ, ਅਸੀਂ ਉਦੋਂ ਤੱਕ ਇਹ ਲੜਾਈ ਲੜਦੇ ਰਹਾਂਗੇ। ਜਿੱਦੇ ਇਹ ਰਾਜ ਤੁਹਾਡਾ ਹੋ ਗਿਆ, ਲੋਕਾਂ ਦਾ ਹੋ ਗਿਆ, ਉਹਨਾਂ ਚਿਰ ਇਹ ਜ਼ਮੀਨਾਂ ਅੱਜ ਬਚਾਵਾਂਗੇ। ਇਹ ਤਾਂ ਗੱਲ ਥੋੜ੍ਹੀ ਹੈ, ਜ਼ਮੀਨ ਨਾਲ ਦੀ ਲੜਾਈ ਵੀ ਹੈਗੀ ਆ। ਇਹ ਛੋਟੀ ਮੰਨ ਲਓ ਤਾਂ ਅਸੀਂ ਜਿੱਤ ਹੀ ਲੈਣੀ ਆ। ਸਾਡੇ ਕੋਲ ਇੰਨੀ ਤਾਕਤ ਹੈਗੀ ਆ। 67 ਕਰੋੜ ਆ ਅਸੀਂ ਕਿਸਾਨਾਂ ਦੇ ਪੋਤੀਆਂ ਦੇ ਕਿਸਾਨ। ਜੇ 67 ਕਰੋੜ ਲੜਾਈ ਨਹੀਂ ਜਿੱਤ ਸਕਦੇ 125 ਕਰੋੜ ਚੋਂ ਜਾਂ 135-40 ਕਰੋੜ ਚੋਂ, ਤਾਂ ਫਿਰ ਇਹ ਕਦੇ ਨਹੀਂ ਹੋਇਆ ਲੜਦੇ ਲੋਕ ਹਾਰੇ ਹੋਣ। ਅਸੀਂ ਇਹ ਲੜਾਈ ਜਿੱਤਣੀ ਹੈ। ਤੇ ਜੇ ਕੋਈ ਲੜਾਈ ਤੋਂ ਪਾਸੇ ਖੜਾ ਕਹੂਗਾ ਕਿ ਆਪਾਂ ਐਂ ਜਿੱਤ ਲਾਂਗੇ, ਇਹ ਜਿੱਤੀ ਨਹੀਂ ਜਾਣੀ। ਜਿੱਤਣਗੇ ਉਹ ਜਿਹੜੇ ਲੜਨਗੇ।
ਜਾਗਦੇ ਸਿਰਾਂ ਵਾਲੇ, ਜਿਉਂਦੇ ਸਿਰਾਂ ਵਾਲੇ ਜਿੱਤਣਗੇ। ਅਸੀਂ ਸਾਫ਼ ਕਹਿੰਦੇ ਹਾਂ ਕਿ ਇਸ ਲੜਾਈ ਦੇ ਵਿੱਚ ਅਸੀਂ ਲੜਾਂਗੇ, ਮਰਾਂਗੇ, ਕੁਰਬਾਨੀਆਂ ਕਰਾਂਗੇ ਤੇ ਆਖਰ ਨੂੰ ਜਿੱਤਾਂਗੇ। ਸਾਡੀ ਜ਼ਮੀਨ ਨੂੰ ਜੇ ਕੋਈ ਹੱਥ ਪਾਊਗਾ, ਇਹਦਾ ਮਤਲਬ ਸਾਫ਼ ਹੈ ਸਾਡੇ ਗਲ ਨੂੰ ਹੱਥ ਪਾਉਂਦਾ ਹੈ। ਜਦੋਂ ਇੱਥੇ ਸਾਡੇ ਗਲ ਨੂੰ ਹੱਥ ਪਾਊਗਾ, ਤੁਸੀਂ ਬਣਾ ਲਏ ਕਾਨੂੰਨ, ਦੇਖੋ ਲਾਗੂ ਕਰਕੇ, ਫਿਰ ਨਹੀਂ ਲਾਗੂ ਹੋਣ ਦੇਵਾਂਗੇ। ਅਸੀਂ ਪਹਿਲਾਂ ਵੀ ਸਾਡੇ ਪੁਰਖੇ ਜਿੱਤੇ ਆ, ਸਾਡੇ ਬਾਬੇ ਦਾਦਾ ਹੀ ਜਿੱਤੇ ਆ, ਲੜੇ ਆ ਸਾਡੇ ਭਗਤ ਸਰਾਭੇ ਹੋਰੀ, ਲੜੇ ਆ ਸਾਡੇ ਪੂਰਵਜ, ਲੜੇ ਆ ਗੁਰੂ ਨਾਨਕ। ਆਪਦੀ ਗੱਲ ਨੂੰ ਠੀਕ ਕਿਹਾ ਉਹਨੇ, ਜਦੋਂ ਕਿਹਾ ਪਾਣੀ ਮੈਂ ਕਰਤਾਰਪੁਰ ਨੂੰ ਭੇਜਦਾ, ਉਹ ਕਹਿੰਦੇ ਕਰਤਾਰਪੁਰ ਕਿਵੇਂ ਵਗ ਜੂ? ਕਹਿੰਦਾ ਫਿਰ ਤੁਹਾਡੇ ਸੂਰਜ ਤੇ ਕਿਵੇਂ ਵਗ ਜੂ? ਜਿਹੜਾ ਤੁਸੀਂ ਕਹਿੰਦੇ ਐਡੀ ਦੂਰ ਹੈ ਤਾਂ ਹੈ, ਸੂਰਜ ਤੇ ਕਿਵੇਂ ਵਗ ਜੂ? ਇਹ ਵਿਗਿਆਨਕ ਸਮਝ ਹੈ। कोई नहीं। मैं पंजाब के किसान भाइयों सीधी बात स्टार्ट कर रहा हूँ आपको, क्योंकि 5 ही मिनट का टाइम है। आपको एक बात में क्लियर हो जाना चाहिए कि किसानों को समझ में आ गई कि हमारी ज़मीन जा रही है, पर एक बात अभी तक समझ में नहीं आई है कि केवल ज़मीन नहीं जा रही है, जान जा रही है। इस धरती पर जीवन खत्म हो रहा है। इस धरती के ऊपर जीव, जानवर और इंसान आने वाले 15 साल 10 साल के बाद, वैसे सुखदेव जी तो लड़ते हैं मेरे से कि 10 साल का वक्त नहीं है, पर वैज्ञानिक कह रहे हैं, मैं क्या करूं, कि 10 साल का वक्त है, इसके बाद मानव जाति कुछ नहीं कर सकेगी। जो कह रहे हैं कि हम विकास कर रहे हैं, वो मौत की तरफ इस धरती को ले जा रहे हैं। कोई जीव जानवर नहीं बचेगा, कोई इंसान नहीं बचेगा इस धरती पर। और ये 21वीं शताब्दी तक बात है, ये मैं वैज्ञानिकों की बात कही है मैंने आपको। इसलिए बात इतनी सी नहीं है, ये 4 कानूनों तक बात नहीं है। और ये बात मैंने जब से ये आंदोलन शुरू हुआ, हमें तो मगर सिंह जी सिखा गए कि खेती किसानी का संकट ये है कि इन्होंने ये खेती प्रकृति विरोधी है, मानव विरोधी है, जीव विरोधी है। हम जहर खा रहे हैं, जहर पैदा कर रहे हैं। रासायनिक युद्ध दुनिया के कॉरपोरेट कंपनियों ने शुरू किया और चल रहा है, और हमें शामिल किया हुआ है। हम उस जहाज में बैठे हैं जिसमें दुनिया के कॉरपोरेट हमें जहर दे रहे हैं, और हम अपने हाथों से जहर डाल रहे हैं, हाथों से। ये बहुत खारी बात है, परंतु ये सच्चाई है। इसलिए हमारा मुकाबला अपने खुद से भी है। समझ जाओ कि बात को जिस दिन ये आंदोलन शुरू हुआ था, मैंने सुखदेव जी को कह दिया था, सुखदेव जी अगर ये आंदोलन पूरे देश में नहीं फैला, और मैं उसी दिन निकल गया था पुन्ना में, सारी पार्टियों के यूथ इकट्ठे हुए, किसान संगठन इकट्ठे हुए, 2000 यूथ मैंने देखे थे। यहाँ मुझे यूथ नज़र नहीं आ रहा। वहाँ 2000 यूथ के सामने उन्होंने एक ही सवाल किया था कि क्या आंदोलन टिकेगा, लंबा जाएगा? मैंने कहा आंदोलनकारियों के सामने कोई दूसरा रास्ता ही नहीं है, पीछे हट ही नहीं सकते। हटने का रास्ता नहीं है, कॉरपोरेट भी नहीं हटेगा मार के। वो जब तक अगर हम उस व्यवस्था को, दुनिया की व्यवस्था को अगर बदल नहीं देते, कॉरपोरेट हटने वाला नहीं है, मोदी मादी नहीं है। ये कॉरपोरेट दुनिया ने ये कानून बनाए, सारे पर्चे आपको बांट देना। हमने 3 पर्चे निकाले हिंदी और इसमें, और खूब बांटे हैं। और हम अपनी अप्रोच को, जो आरपी सराफ ने जो सिद्धांत दिया था, वो हम ला नहीं पाए मैदान में। दुनिया के मैदान में प्रकृति और इंसान को बचाने वाला सिद्धांत अगर सामने नहीं आया और दुनिया संगठित नहीं हुई तो मारी जाएगी, हम मारे जाएंगे। इसलिए बात बहुत गंभीर है। ये आंदोलन बहुत सही वक्त पर खड़ा हुआ। धन्य है एक संयुक्त मोर्चे को कि 17 संगठनों में, जब उन्होंने हमें मगर सिंह जी ने कहा कि 17 संगठनों का एका हुआ है, और ये 32 का हुआ, और अब तो 500 संगठन इसके साथ हैं देश के। इसलिए हमारी एकता देश से काम नहीं बनेगा। वो पाकिस्तान के किसान
वो बांग्लादेश के, वो चाइना के, इंडोनेशिया के, मलेशिया के, दुनिया के किसानों, दुनिया के मजदूरों, एक हो जाओ और इस धरती के जीव जगत को बचाओ और खुद बचो। आ जाओ मैदान में और ये संकीर्णताएं छोड़ दो। ये भारत माता बचाएंगे और पाकिस्तान माता बचाएंगे। अगर धरती माता नहीं बची तो कोई माता बचने वाली नहीं है, स्वर्ग में मिलोगे। इसलिए मैं जो आपको बात कह रहा हूँ, अपने नारों को याद कर लो। भूल गए, किसान मजदूर एकता नारा लगाते हैं, बहुत अच्छा, पहली बार लगा संयुक्त मोर्चे में, परंतु दुनिया का नाम लेने से अभी भी थर्राते हैं। क्यों? दुनिया के लोगों, एक होना पड़ेगा, नहीं तो मरना पड़ेगा। इसलिए ये बात हम किसी मोर्चे के स्टेज पर हमने नहीं कही, क्योंकि सब कहते थे कि भैया कोई अपनी रोटी ना सेके हमारे तंदूर में। हमें कोई शौक नहीं है, हम तो मरने से डरते हैं, हम तो जिंदा रहना चाहते हैं। हमारा कोई उद्देश्य नहीं है, कोई पावर और पैसे का बिल्कुल उद्देश्य नहीं है। और पूरे हिंदुस्तान में, पूना, महाराष्ट्र, आंध्रा, सब जगह हमने वेल ट्राई की, परंतु कोविड ने पार नहीं पड़ने दी। बहुत ट्राई की, कराइए मीटिंगें, राजस्थान में कराइए, पालघर में हम बॉम्बे के पास 1 लाख लोगों का पहले भी हमने प्रदर्शन किया था, अब करवाना चाहते थे 2 लाख का, परंतु कोविड के टाइम मुझे भी कोविड मुझे पर्सनली भी हुआ, और इस दूसरे दौर में हम कर नहीं पाए। परंतु बिहार में, राजस्थान में हमने कहा संयुक्त मोर्चे के लोग अब आगे आए, और हमने उनके लाखों में तो नहीं, हज़ारों में मीटिंगें करवाई हैं। और हमारा ये इरादा है कि इस आंदोलन को ये रुक नहीं सकता, देश तक भी नहीं रहेगा, ये तो दुनिया तक जाएगा। कोई विकल्प नहीं है। जो लोग सत्ता के और पैसे में मदहोश हैं, ये सब एक हैं, ये सब नकली लड़ाइयाँ हैं कि चीन हमारा दुश्मन है। दुश्मन है तो व्यापार क्यों कर रहे हो? दुश्मन है तो अंबानी क्यों अपने कारखाने पिकिंग में लगाए बैठा है, और पिकिंग सारे के सारे हिंदुस्तान में लगाए बैठा है? झूठ है ये। दुनिया के सारे कॉरपोरेट एक हो चुके हैं मरने के लिए। इस टाइटैनिक जहाज को डुबोएंगे, खुद मरेंगे और हमें मरवाएंगे। इसलिए ये दुनिया की सरकारें इररेलेवेंट हो चुकी हैं, अप्रासंगिक। जैसे रजाओं का वक्त ख़त्म हो गया था, ये पार्टियों का, सरकारों का, कंपनियों का और मीडिया तो चीज़ ही क्या है। समय ख़त्म हो चुका है। सवाल ये है कि विश्व नागरिक बन जाओ। सारा विश्व हमारा है, भारत भी हमारा, पाकिस्तान भी हमारा, रूस और अमेरिका, धरती माता हमारी है। और इस धरती माता पर ऐसा कोई काम नहीं होने देंगे जो हवा को खराब करे, पानी को खराब करे, भोजन को जहरीला करे। ऐसा कोई काम हम ना हिंदुस्तान में होने देंगे, ना अमेरिका में, ना चाइना में। खड़े हो जाओ दुनिया के लोगों। ये बात, ये आंदोलन चाहे साल भर बाद सीखे, इस बात को सीखना पड़ेगा, इस किसान आंदोलन को। और ये किसान आंदोलन केवल मोदी हटाने से बात नहीं बनने वाली है। ये जमूरे दूसरे क्या हैं? सारे के सारे एक ही तो माल है ये, सारे कॉरपोरेट के पालतू जानवर हैं ये। और पूरी दुनिया के पॉलिटिशियनों के लिए कह रहा हूँ मैं केवल भारत की पार्टियों के लिए नहीं कह रहा हूँ। इसलिए मानव जाति के सामने बहुत विचार विमर्श का सवाल है। आ जाओ, प्राकृतिक खेती, हमारे पास जितना ज्ञान विज्ञान है, धन है, उसका कम से कम 50% प्राकृतिक खेती में लगा दो। अगर इस धरती की हवा, पानी, ज़मीन, जंगल और जीव जानवर बचाना है तो कोई विकल्प नहीं है इसके अलावा। और जो उद्योग हैं, जो कारखाने, हथियार, क्या खाओगे परमाणु बम में? हथियार बना के क्या सब्जी बनाओगे उनकी? बंद करो। ये दुनिया में विश्व शांति होगी, दुनिया को एक किया जाएगा। हम मरेंगे नहीं, हम आंदोलन करेंगे, पीसफुल करेंगे, हम हथियार डलवा देंगे। जो लोग ये सोचते हैं हमारे बेटे हैं, उनको हम हथियार नहीं, उनको हम वो औजार देंगे जिससे बाढ़ आए, कोई भी खतरा आए,
सेनाएं कायम रहेंगी, पुलिस कायम रहेगी, परंतु उसके हाथ में बंदूक नहीं होगी, हथियार नहीं होंगे। ऐसी दुनिया का निर्माण करेंगे। और जो लोग ये सोचते हैं कि हमारे पास फौज पुलिस है, हम लोगों को मुट्ठी में रगड़ देंगे, भाई साहब तुम तो रगड़ दो। तुमने तो जिनपिंग ने पिकिंग के अंदर 10,000 से ज़्यादा स्टूडेंट तिएनमेन स्क्वायर में मरवा दिए थे। 1 लाख से लाखों हिरोशिमा नागासाकी में बम डाल के मार दिए थे। तुम मार सकते हो, परंतु डरते हैं ये दोनों गिद्दड़ जो बैठे हैं, जो कॉरपोरेट के ऊंचे वाले गिद्दड़, नाम नहीं लेता मैं इनके, ये डरते हैं कि सिख किसान आगे आया है, हमें दोनों को मार देगा। नहीं तो ये भी चढ़ा देते, हजारों मार सकते थे। सुन लो बात। इसलिए हम दुनिया के, मैं पर्सनली इस व्यू का हूँ कि दुनिया के लोगों, जो दुनिया के शासक बैठे हैं, जो कहते हैं हमारे पास फौज पुलिस है, हम रगड़ देंगे लोगों को, भूल जाओ। हमारे बेटे हम पर गोलियां नहीं चलाएंगे। और अगर ज़्यादा आदेश से तुमने कुछ किया तो हम तुम्हें किनारे कर देंगे। याद रखना, दुनिया को विश्व शांति कायम होगी, प्रकृति और इंसान को बचाया जाएगा, खेती को प्राकृतिक किया जाएगा, और पूरा हमारा ज्ञान और विज्ञान जो है वो प्राकृतिक खेती के लिए होगा, रासायनिक खेती के लिए नहीं होगा। इसको हम बंद करेंगे। नहीं होगी यूरिया, डीएपी, इंसेक्टिसाइड, पेस्टिसाइड, जो भी जहर है वो बंद करना होगा। बस मैं यही कहते हुए आपको धन्यवाद। टाइम ज़्यादा ले लिया है, सॉरी। धन्यवाद सज्जन।